ਔਰਤ ਜੱਗ ਦੀ ਜਨਨੀ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਸੀ, ਸੋ ਕਿਉ ਮੰਦਾ ਆਖੀਏ ਜਿਤ ਜਨ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੈਸੇ ਔਰਤ ਜਿਹੜੀ ਹੈ ਉਹ ਜੜ ਹੈ ਸਾਡੀ ਹੋਂਦ ਦੀ, ਪਰ ਕਈ ਵਾਰ ਉਹਨਾਂ ਦੇ ਨਾਲ ਜਿਹੜਾ ਹੈ ਫਿਊਡਲ ਸਮਾਜ ਇੱਦਾਂ ਦੀਆਂ ਹਰਕਤਾਂ ਕਰਦਾ ਹੈ ਕਿ ਸਾਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਜਲੰਧਰ ਦੇ ਵਿੱਚ ਯੂਨੀਕ ਹੋਮ ਹੈ, ਔਰ ਯੂਨੀਕ ਹੋਮ ਜਿਹੜਾ ਹੈ ਉਹ ਬੱਚਿਆਂ ਨੂੰ ਸਹਾਰਾ ਦਿੰਦਾ ਹੈ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਜਿਹੜੇ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਪਰਿਵਾਰ ਸਹਾਰਾ ਨਾ ਦੇ ਸਕਿਆ। ਇਸ ਯੂਨੀਕ ਹੋਮ ਦੇ ਆਨੀ ਤੇ ਇਸ ਯੂਨੀਕ ਹੋਮ ਨੂੰ ਚਲਾਉਣ ਵਾਲੇ ਪ੍ਰਕਾਸ਼ ਕੌਰ ਜੀ ਇਸ ਟਾਈਮ ਮੇਰੇ ਨਾਲ ਨੇ। ਤੁਹਾਡਾ ਸਵਾਗਤ ਹੈ ਪ੍ਰਕਾਸ਼ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਅੱਛਾ, ਜਦੋਂ ਮੈਂ ਇਹਨਾਂ ਨੂੰ ਪੁੱਛ ਰਿਹਾ ਹਾਂ ਕਿ ਇਹਨਾਂ ਨੂੰ ਵਧਾਈਆਂ ਹੋਣ ਕਿਉਂਕਿ ਇਹਨਾਂ ਨੂੰ ਸਾਡੇ ਭਾਰਤ ਦੇ ਸਰਵਉੱਚ ਸਨਮਾਨਾਂ ਦੇ ਵਿੱਚੋਂ ਇੱਕ ਸਨਮਾਨ ਪਦਮ ਸ਼੍ਰੀ ਮਿਲਿਆ, ਤੇ ਇਹਨਾਂ ਨੇ ਹੱਸ ਕੇ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਹੈ। ਤੇ ਪਹਿਲਾਂ ਤਾਂ ਤੁਹਾਨੂੰ ਵਧਾਈ ਇੱਕ ਵਾਰ ਫਿਰ ਤੋਂ ਕੈਮਰੇ ਦੇ ਅੱਗੇ। ਤੇ ਕੀ ਸੋਚਦੇ ਹੋ ਇਸ ਪਦਮ ਸ਼੍ਰੀ ਬਾਰੇ? ਠੀਕ ਹੈ, ਗੁਰੂ ਸਾਹਿਬ ਜੀ ਦੇ ਹੁਕਮ 'ਚ ਜੋ ਹੋਇਆ ਠੀਕ ਹੋਇਆ। ਅੱਛਾ, ਤੁਹਾਨੂੰ ਪਤਾ ਨਹੀਂ ਸੀ, ਜਾਣਕਾਰੀ ਨਹੀਂ ਸੀ ਕਿ ਤੁਹਾਨੂੰ ਪਦਮ ਸ਼੍ਰੀ ਮਿਲਿਆ? ਹਾਲੇ ਵੀ ਤੁਸੀਂ ਕਹਿੰਦੇ ਕਿ ਮੈਨੂੰ ਤਾਂ ਲੈਣਾ ਹੀ ਦੇਣਾ ਹੀ ਨਹੀਂ ਕੁਛ ਇਹਨਾਂ ਸਨਮਾਨਾਂ ਦੇ ਨਾਲ, ਮੈਨੂੰ ਤਾਂ ਸਿਰਫ ਸੇਵਾ ਦੇ ਨਾਲ ਮਤਲਬ ਹੈ। ਹਾਂ ਠੀਕ ਹੈ, ਸਾਰੀ ਉਮਰ ਹੀ ਗੁਰੂ ਸਾਹਿਬ ਜੀ ਨੇ ਸੇਵਾ ਲਈ ਬਿਹਾਈਂਡ ਕਰਟਨ। ਇਹੀ ਚੰਗਾ ਲੱਗਾ ਵੀ ਨਾ ਹੀ ਕਿਸੇ ਨੂੰ ਪਤਾ ਲੱਗੇ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਆ। ਤੇ ਬਸ ਜੋ ਹੋਇਆ ਠੀਕ ਹੋਇਆ, ਉਹਦੇ ਹੁਕਮ 'ਚ ਹੀ ਹੈ ਸਭ ਕੁਝ। ਅੱਛਾ ਪ੍ਰਕਾਸ਼ ਕੌਰ ਜੀ, ਇਹ ਸਫ਼ਰ ਕਿੱਦਾਂ ਸ਼ੁਰੂ ਹੋਇਆ? ਚਲੋ ਜਦੋਂ ਆਪਾਂ ਗੱਲ ਕਰਦੇ ਹਾਂ ਸੇਵਾ ਦੀ, ਇਹ ਸੇਵਾ ਸ਼ੁਰੂ ਕਿੱਦਾਂ ਹੋਈ? ਸ਼ੁਰੂ ਤੋਂ ਚੰਗਾ ਲੱਗਦਾ ਸੀ ਕਿ ਇਹਨਾਂ ਬੱਚੀਆਂ 'ਚ ਰਹਿਣਾ, ਇਹਨਾਂ ਬੱਚੀਆਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜੀ। ਪਰ ਉਦੋਂ ਤਾਂ ਮਾਈਂਡ ਵਿੱਚ ਇਹ ਸੀ, ਪਰ ਜਦੋਂ ਵਿੱਚ ਜਾ ਕੇ ਰਹਿ ਕੇ ਦੇਖਿਆ ਕਿ ਇਹਨਾਂ ਬੱਚਿਆਂ ਦੀ ਇਹਨਾਂ ਦੇ ਕੀ ਦੁੱਖ ਨੇ, ਕੀ ਤਕਲੀਫਾਂ ਨੇ, ਜਿਨ੍ਹਾਂ ਨੂੰ ਬਾਈ ਬਰਥ ਹੀ ਪੇਰੈਂਟਸ ਸਿੱਟ ਜਾਂਦੇ ਆ ਜੀ। ਤੇ ਉਹ ਅੱਛਾ, ਅਸਲ ਜੀਵਨ ਦਾ ਢੰਗ ਆਇਆ। ਅੱਛਾ, ਤੁਸੀਂ ਕਹਿੰਦੇ ਅਸਲ ਜੀਵਨ ਦਾ ਢੰਗ ਆ ਗਿਆ। ਸਮਾਜ ਦੇ ਵਿੱਚ ਹਜੇ ਵੀ ਬਹੁਤ ਸਾਰੀਆਂ ਇੱਦਾਂ ਦੇ ਲੋਕ ਨੇ ਜਾਂ ਇੱਦਾਂ ਦੀਆਂ ਵਿਮਨਸ ਨੇ ਜਿਹੜੀਆਂ ਅੱਗੇ ਨਹੀਂ ਆਉਂਦੀਆਂ, ਉਹਨਾਂ ਦੇ ਉੱਤੇ ਅਤਿਆਚਾਰ ਵੀ ਹੁੰਦਾ, ਉਹ ਆਵਾਜ਼ ਨਹੀਂ ਉਠਾ ਸਕਦੀਆਂ। ਜਦੋਂ ਯੂਨੀਕ ਹੋਮ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਸੀਂ ਆਫ ਕੈਮਰਾ ਤੁਹਾਡੇ ਨਾਲ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਬੱਚੀਆਂ ਇੱਦਾਂ ਦੀਆਂ ਆਉਂਦੀਆਂ ਨੇ ਕਿ ਜਿਹੜੇ ਨੂੰ ਦੇਖ ਕੇ ਤਰਾਹਾਂ ਨਿਕਲ ਜਾਂਦੀਆਂ ਨੇ। ਤੁਸੀਂ ਗੱਲ ਕੀਤੀ ਕਿ ਕੁੱਤੇ ਦੇ ਮੂੰਹ ਦੇ ਵਿੱਚ ਵੀ ਅਸੀਂ ਬੱਚੀ ਕੱਢੀ ਹੈ। ਹਾਂਜੀ, ਤਕਰੀਬਨ ਆਮ ਜਾਂ ਮਤਲਬ ਮੰਨ ਲਓ ਕਿ ਕਿਤੇ ਥਰੂ ਪੁਲਿਸ ਵੀ ਬੱਚੀ ਆਈ ਹੈ, ਫਲਾਣੀ ਗਾਰਬੇਜ 'ਚ ਪਈ ਹੋਈ ਸੀ, ਉੱਥੋਂ ਪੁਲਿਸ ਨੇ ਚੱਕੀ ਤੇ ਥਰੂ ਗਵਰਨਮੈਂਟ ਸਿਸਟਮ ਨਾਲ ਭੇਜ ਦਿੱਤੀ, ਜਾਂ ਕਿਤੇ ਸੜਕ ਦੇ ਕੰਢੇ ਤੇ ਬੱਚੀ ਪਈ ਹੈ। ਆਏ ਦਿਨੇ ਖਬਰਾਂ ਹੁੰਦੀਆਂ ਨੇ, ਰੇਲਵੇ ਟਰੈਕ ਤੋਂ ਬੱਚੀ ਮਿਲੀ ਹੈ। ਪਿੱਛੇ ਜੇ ਕਿੱਲਿਆਂ ਵਾਲੀ ਇੱਕ ਜਗ੍ਹਾ ਸੀ, ਉੱਥੋਂ ਛੋਟੀ ਬੱਚੀ, ਜਾਨੀ ਕਿ ਉਹਦਾ ਜਦੋਂ ਉਹਨੂੰ ਚੱਕਿਆ ਉਹ ਮਿਲੀ ਸਵੇਰੇ, ਤੇ ਉਹਦੀ ਇੰਨੀ ਉੱਤੋਂ ਨੈਕ ਸਾਰੀ, ਮੂੰਹ ਸਭ ਕੁੱਤੇ ਖਾ ਚੁੱਕੇ ਸੀ। ਤੇ ਆਏ ਦਿਨ ਹੀ ਹੁਣ ਫਿਰ ਥੋੜ੍ਹੇ ਦਿਨ ਹੋਏ ਆ, ਇੱਕ ਬੱਚੀ ਮਿਲੀ ਇੱਧਰਲੀ ਤਰਨਤਾਰਨ ਸਾਈਡ ਵੱਲੋਂ, ਤੇ ਉਹ ਵੀ ਇਸ ਤਰ੍ਹਾਂ ਹੀ ਕੁੱਤਿਆਂ ਨੇ ਨੋਚ ਕੇ ਖਾਧੀ ਹੋਈ ਸੀ। ਆਏ ਦਿਨ ਹੀ ਖਬਰਾਂ ਹੁੰਦੀਆਂ ਨੇ। ਸੋ ਬੜਾ ਅਨਰਥ ਹੈ, ਔਰ ਜੋ ਕਿ ਨਹੀਂ ਹੋਣਾ ਚਾਹੀਦਾ ਸਾਡੀ ਸੁਸਾਇਟੀ 'ਚ। ਵਾਕਈ ਬਹੁਤ ਮੰਦਭਾਗਾ ਆ। ਅੱਛਾ, ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ? ਆਪਾਂ ਗੱਲ ਵੀ ਕਰ ਰਹੇ ਸੀ ਕਿ ਕਾਰਨ ਕੀ ਹੈ ਜਿਹੜਾ ਬੱਚੀਆਂ ਨੂੰ ਇੱਦਾਂ ਸਿੱਟ ਦਿੰਦੇ ਨੇ। ਇੱਕ ਗੱਲ ਤਾਂ ਹੁੰਦੀ ਹੈ ਕਿ ਚਲੋ ਪਹਿਲਾਂ ਅਬੋਰਟ ਕਰਾ ਲਈ, ਦੂਸਰਾ ਜੇ ਬੱਚੀ ਪੈਦਾ ਹੋ ਗਈ ਹੈ ਉਹਨੂੰ ਇੱਦਾਂ ਸਿੱਟਣ ਦਾ ਕਾਰਨ ਕੀ ਹੈ? ਕੀ ਹੋ ਸਕਦਾ ਕਾਰਨ? ਇਹਦੇ ਵਿੱਚ ਬਹੁਤ ਜ਼ਿਆਦਾ ਕਾਰਨ ਹੋ ਸਕਦੇ ਆ। ਇੱਕ ਤੇ ਸਭ ਤੋਂ ਪਹਿਲੋਂ ਇਹ ਹੈ ਕਿ ਜਦੋਂ ਹਾਏ ਬੱਚੀ ਤੇ ਹਾਏ ਮੁੰਡਾ, ਜੀ, ਸਭ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਭਾਵੇਂ ਜਿਹੜੀ ਵੀ ਦੁਨੀਆ 'ਚ ਰਹਿ ਰਹੇ ਹਾਂ, ਪਰ ਫਿਰ ਵੀ ਅਜੇ ਵੀ ਸਾਡੇ ਮਾਈਂਡ ਵਿੱਚ ਹਾਏ ਮੁੰਡੇ ਦੀ ਗੱਲ ਨਹੀਂ ਗਈ, ਜਾਂ ਸਾਡੇ ਬੱਚਿਆਂ ਨੂੰ ਸੋਝੀ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ। ਉਹ ਵੀ ਇਹਨਾਂ ਪਰਿਸਥਿਤੀਆਂ 'ਚੋਂ ਜਦੋਂ ਪੈਂਦੇ ਨੇ, ਤੇ ਫਿਰ ਉਹਨਾਂ ਕੋਲ ਹੋਰ ਕੋਈ ਦੂਜਾ ਕਾਰਨ ਨਹੀਂ ਹੁੰਦਾ ਕਿ ਹੁਣ ਅਨਵੈਡ ਮਦਰ ਬਣ ਗਈ ਹੈ ਤੇ ਮੈਨੂੰ ਸੁਸਾਇਟੀ ਨੇ ਸਵੀਕਾਰ ਕਰਨਾ ਹੀ ਨਹੀਂ ਲਾਈਫ 'ਚ, ਤੇ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਗਾ, ਜਾਂ ਗੱਡੀ ਥੱਲੇ ਸਿਰ ਦੇਣਾ ਜਾਂ ਬੱਚੀ ਨੂੰ ਸਿੱਟਣਾ। ਵਾਕਈ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਵਿਆਹ ਤੋਂ ਪਹਿਲਾਂ ਮਾਂ ਬਣ ਜਾਣਾ ਤੇ ਉਸ ਤੋਂ ਬਾਅਦ ਕੋਈ ਚਾਰਾ ਨਹੀਂ ਬਚਣਾ। ਅੱਛਾ, ਜਦੋਂ ਸੈਕਸ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਵੀ ਪੜ੍ਹੇ ਹਾਂ, ਤੁਸੀਂ ਵੀ ਪੜ੍ਹੇ ਹੋਵੋਗੇ, ਜਦੋਂ ਉਹ ਚੈਪਟਰ ਆਉਂਦਾ ਸੀ ਸਕੂਲਾਂ ਦੇ ਵਿੱਚ, ਤੇ ਮੈਡਮਾਂ ਵੀ ਸੰਗਦੀਆਂ ਜਾਂ ਮਾਸਟਰ ਵੀ ਸੰਗਦਾ ਉਹ ਚੈਪਟਰ ਲੰਘਾ ਦਿੰਦਾ ਸੀਗਾ। ਤੁਹਾਨੂੰ ਲੱਗਦਾ ਕਿ ਇਹਦੇ ਉੱਤੇ ਖੁੱਲ੍ਹ ਕੇ ਗੱਲ ਹੋਣੀ ਬਹੁਤ ਜ਼ਰੂਰੀ ਹੈ? ਬਿਲਕੁਲ, ਆਪਣੇ ਬੱਚਿਆਂ ਨੂੰ ਇਹ ਬਿਲਕੁਲ ਐਜੂਕੇਸ਼ਨ ਦੇਣੀ ਚਾਹੀਦੀ ਹੈ ਕਿ ਨਿਰਾ ਬੱਚੇ ਹੀ ਬੋਰਨ ਤੱਕ ਨਹੀਂ ਹੈ, ਹੋਰ ਕਿੰਨੀਆਂ ਬਿਮਾਰੀਆਂ ਦੇ ਵਿੱਚ ਇਹਦੇ ਸਿਸਟਮ ਨੇ। ਬੱਚਿਆਂ ਨੂੰ ਪੂਰਾ ਅਲਰਟ ਕਰਨਾ ਚਾਹੀਦਾ, ਪੂਰਾ ਸਬਜੈਕਟ ਹੋਣਾ ਚਾਹੀਦਾ, ਔਰ ਉਹ ਬੜੀ ਅਸੀਂ ਉਕਾਈ ਕਰ ਰਹੇ ਹਾਂ ਕਿ ਜਿਹੜਾ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਨਹੀਂ ਦੱਸਿਆ ਜਾਂਦਾ। ਇਹ ਬੜਾ ਲਾਜ਼ਮੀ ਵਿਸ਼ਾ ਹੋਣਾ ਚਾਹੀਦਾ, ਕਿਉਂਕਿ ਇਹ ਤੇ ਸੁਸਾਇਟੀ ਵਿੱਚ ਬਹੁਤ ਵੱਡੀ ਈਵਲ ਬਣ ਗਈ ਹੈ। ਮੈਨੂੰ ਤਾਂ ਲੱਗਦਾ ਜਿਵੇਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਗਵਰਨਮੈਂਟ ਕੋਈ ਈਵਲ ਸਾਂਭੀ ਵੀ ਨਾ ਜਾਵੇ,
ਜਿਹੜੇ ਰੁਝਾਨ 'ਚ ਅਸੀਂ ਤੁਰ ਰਹੇ ਹਾਂ, ਜਿਹੜਾ ਰੁਝਾਨ ਸਾਡਾ ਬਣ ਗਿਆ ਕਿ ਬੱਚੀਆਂ ਨੂੰ ਬੌਰਨ ਕਰਕੇ ਤੇ ਉਹਨਾਂ ਨੂੰ ਸਿੱਟ ਦੇਵੋ ਬੰਨ੍ਹ ਕੇ ਥੈਲੇ 'ਚ ਪਾ ਕੇ, ਕਿਸੇ ਗਾਰਬੇਜ 'ਚ ਸਿੱਟ ਦਿਓ, ਕਿਸੇ ਮੱਡੀ ਵਾਟਰ 'ਚ ਸਿੱਟ ਦਿਓ, ਕਿਤੇ ਆਏ ਦਿਨ ਬੱਚੇ ਇੰਝ ਆਉਂਦੇ ਆ। ਬੜੇ ਮੰਦਭਾਗੀ, ਬੜੀ ਇਹ ਮਾੜੀ ਗੱਲ ਹੈ। ਸੋ ਮੈਂ ਸੁਸਾਇਟੀ ਨੂੰ ਇਹ ਬੜਾ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਹਾਂ, ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਦਾਦਿਆਂ ਬਾਬਿਆਂ ਨੂੰ, ਸਾਰਿਆਂ ਦੇ ਅੱਗੇ, ਸੰਗਤ ਅੱਗੇ ਮੈਂ ਬੇਨਤੀ ਕਰਦੀ ਹਾਂ ਕਿ ਪਰਮਾਤਮਾ ਕਰੇ ਕਿ ਇਹ ਸੰਸਥਾਵਾਂ ਨਾ ਬਣਨ ਜੀ, ਬੇਬੀ ਕਰੈਡਲ ਨਾ ਬਣਨ। ਸਾਨੂੰ ਪਰਮਾਤਮਾ ਇੰਨੀ ਸਦ ਬੁੱਧੀ ਬਖਸ਼ਿਸ਼ ਕਰਨ, ਸਾਡੇ ਅਖਲਾਕ ਇੰਨੇ ਉੱਚੇ ਤੇ ਸੁੱਚੇ ਹੋਣ, ਅਸੀਂ ਮਰਿਆਦਾ ਵਿੱਚ ਆਪਣੇ ਜੀਵਨ ਨੂੰ ਬਸਰ ਕਰੀਏ। ਪਰ ਜੇ ਕਿਤੇ ਕੋਈ ਐਸੀ ਪ੍ਰੋਬਲਮ ਆ ਗਈ ਹੈ, ਕੋਈ ਮੈਰਿਜ ਟੁੱਟ ਗਈ ਹੈ, ਕੋਈ ਸੋਸ਼ਲ ਪ੍ਰੋਬਲਮ ਆ ਗਈ ਹੈ, ਕੋਈ ਤੁਹਾਡੀ ਪਾਵਰਟੀ ਹੈ, ਕੋਈ ਜ਼ਿਆਦਾ ਬੱਚੀਆਂ ਨੇ ਕਿ ਤੁਸੀਂ ਸੋਚਿਆ ਕਿ ਸਾਡੇ ਤੇ ਬੜੇ ਭਾਰੂ ਨੇ ਤੇ ਇਹਨੂੰ ਅਸੀਂ ਅੱਜ ਕੁੱਤਿਆਂ ਬਿੱਲਿਆਂ ਦੇ ਅੱਗੇ ਸਿੱਟਣਾ ਹੀ ਸਿੱਟਣਾ, ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਇਹਨਾਂ ਬੱਚਿਆਂ ਨੂੰ ਕੁੱਤਿਆਂ ਅੱਗੇ ਸੁੱਟੋ? ਕਿੱਥੇ ਇਹ ਬਖਸ਼ੇ ਜਾਓਗੇ ਤੁਸੀਂ? ਸੋ ਭਾਈ ਕਨ੍ਹਈਆ ਜੀ ਚੈਰੀਟੇਬਲ ਟਰਸਟ ਯੂਨੀਕ ਹੋਮ 24 ਘੰਟੇ ਤਤਪਰ ਹੈ ਇਹਨਾਂ ਬੱਚੀਆਂ ਦੀ ਸੇਵਾ 'ਚ। ਇਹਨਾਂ ਨੂੰ ਨਾ ਮਾਰੋ, ਇਸ ਤਰ੍ਹਾਂ ਨਾ ਸੁੱਟੋ। ਅਸੀਂ ਤੁਹਾਡੀ ਆਈਡੈਂਟੀਟੀ ਵੀ ਸ਼ੋਅ ਨਹੀਂ ਕਰਾਂਗੇ, ਤੁਸੀਂ ਸਾਨੂੰ ਫੋਨ ਕਰ ਦੇਣਾ 9914094242 ਤੇ 9914094242। ਅਸੀਂ ਆਪ ਬੱਚੀ ਜਾ ਕੇ ਬੜੇ ਰਿਸਪੈਕਟਫੁਲੀ ਲੈ ਕੇ ਆਵਾਂਗੇ। ਤੇ ਪਲੀਜ਼ ਇਹਨਾਂ ਬੱਚੀਆਂ ਨੂੰ ਇਸ ਤਰ੍ਹਾਂ ਨਾ ਮਾਰੋ, ਇਸ ਤਰ੍ਹਾਂ ਨਾ ਸੁੱਟੋ। ਇੰਨਾ ਸਮਾਜ ਦੇ ਵਿੱਚ ਇੰਨੀ ਉਹਨਾਂ ਦੀ ਦੁਰਦਸ਼ਾ, ਆਏ ਦਿਨ ਅਖਬਾਰਾਂ TV ਚੈਨਲਾਂ 'ਤੇ ਆਉਂਦਾ ਫਲਾਣੀ ਥਾਂ ਤੋਂ ਬੱਚੀ ਮਿਲੀ, ਮਰੀ ਮਿਲੀ, ਉਹਨੂੰ ਕੁੱਤੇ ਖਾ ਗਏ, ਉਹਨੂੰ ਨੋਚ ਰਹੇ ਸੀ ਕੁੱਤੇ, ਜਾਂ ਝਾੜੀਆਂ 'ਚ ਸਿੱਟ ਦਿੱਤਾ ਤੇ ਕੀੜੀਆਂ ਖਾ ਗਈਆਂ। ਅੱਛਾ, ਜੋ ਤੁਹਾਡੇ ਕੋਲੇ 80 ਬੱਚੀਆਂ ਨੇ, ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਘਾਣ ਜਾਂ ਸਭ ਤੋਂ ਜ਼ਿਆਦਾ ਜਿਹੜੀ ਇੱਕ ਕਹਿ ਲਈਏ ਕਿ ਮੰਦਭਾਗੀ ਹਾਲਤ ਵਿੱਚ ਕਿੰਨੀਆਂ ਕੁ ਬੱਚੀਆਂ ਮਿਲੀਆਂ ਸੀ? ਮੈਨੂੰ ਵੱਡੀਆਂ ਬੱਚੀਆਂ ਤਕਰੀਬਨ ਮੇਰੇ ਕੋਲ ਇੰਝ ਹੀ ਆਈਆਂ। ਉਹਨਾਂ ਦੇ ਵਿੱਚੋਂ ਇੱਕ ਬੱਚੀ ਮੈਨੂੰ ਮਾਡਲ ਹਾਊਸ ਮਿਲੀ, ਜਿਹੜਾ ਟੀ ਪੁਆਇੰਟ 'ਤੇ ਗਾਰਬੇਜ ਹੈ, ਕਿ ਰਾਤ ਨੂੰ ਇੱਕ ਟਰੱਕ ਵਾਲਾ ਡਰਾਈਵਰ ਆਇਆ ਵੀ ਬੀਬੀ ਜੀ ਜਲਦੀ ਆਓ, ਇੱਕ ਬੱਚਾ ਕੁੱਤਾ ਲੈ ਕੇ ਜਾ ਰਿਹਾ। ਕੁੱਤੇ ਦੇ ਮੂੰਹ 'ਚੋਂ ਫੜੀ ਬੱਚੀ, ਨਿਊਲੀ ਬੋਰਨ ਸੀ, ਯਾਨੀ ਕਿ ਉਹਦਾ ਪਿਛਲੀ ਸਾਈਡ ਖਾਧੀ ਹੋਈ ਸੀ ਪੂਰੀ ਆ। ਅਤੇ ਉਹ ਬੱਚੀ ਪਰਮਾਤਮਾ ਨੇ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਫਿਰ ਉਹ ਬੱਚੀ ਜੀਸਸ ਐਂਡ ਮੈਰੀ ਕੌਨਵੈਂਟ ਵੇਵਰਲੀ ਮਸੂਰੀ ਪੜ੍ਹੀ। ਮਸੂਰੀ ਪੜ੍ਹਨ ਤੋਂ ਬਾਅਦ ਕਹਿਣ ਲੱਗੀ ਮਾਮਾ ਮੈਂ ਫਿਰ ਇੰਗਲੈਂਡ ਪੜ੍ਹਨਾ ਚਾਹੁੰਦੀ ਹਾਂ। ਫਿਰ ਇੰਗਲੈਂਡ ਪੜ੍ਹੀ 3.5 ਸਾਲ। ਅੱਜ ਕੱਲ੍ਹ ਉਹ ਕੈਨੇਡਾ ਹੈ ਪੜ੍ਹ ਰਹੀ। ਅੱਛਾ, ਕੈਨੇਡਾ ਵੀ ਹਲੇ ਪੜ੍ਹ ਰਹੀ ਹੈ? ਹਾਂ, ਪੜ੍ਹ ਰਹੀ ਹੈ ਜੀ। ਵਾਕਈ ਦੇਖੋ ਕਿੰਨੀ ਖੂਬਸੂਰਤ ਗੱਲ ਹੈ ਕਿ ਉਹ ਬੱਚੇ ਜਿਹੜੇ ਅਖਲਾਕ ਹੁੰਦੇ ਨੇ, ਪਰਿਵਾਰਾਂ ਵਾਲੇ ਹੁੰਦੇ ਨੇ, ਉਹ ਨਹੀਂ ਜਿਹੜਾ ਅਫੋਰਡ ਕਰਦੇ ਮਸੂਰੀ ਵਰਗੇ ਕੌਨਵੈਂਟ ਸਕੂਲ, ਅਤੇ ਇੱਥੋਂ ਬੱਚੇ ਨਿਕਲ ਕੇ ਪਿਆਰ ਅਤੇ ਅਦਬ ਦੇ ਨਾਲ ਕਿੱਥੇ ਪਹੁੰਚਦੇ ਨੇ। ਅੱਛਾ, ਇਸ ਤੋਂ ਇਲਾਵਾ ਚਲੋ ਉਹ ਤਾਂ ਸੀ ਕਿ ਉੱਥੋਂ ਮਿਲੀ ਹੈ, ਉਸ ਤੋਂ ਇਲਾਵਾ ਕੋਈ ਹੋਰ ਜਿਹੜੀ ਇੱਦਾਂ ਦੀ ਹਾਲਾਤ? ਆਮ ਹੀ ਇਸ ਤਰ੍ਹਾਂ ਮਿਲਦੀਆਂ ਬੱਚੀਆਂ। ਉਹ ਵੀ ਬੱਚੀ, ਦੂਜੀ ਵੀ ਇਸ ਤਰ੍ਹਾਂ ਹੀ ਬੱਚੀ ਆਈ, ਉਸ ਤੋਂ ਵੱਡੀ ਵੀ, ਉਹ ਵੀ ਕੈਨੇਡਾ ਪੜ੍ਹ ਰਹੀ ਹੈ ਅੱਜ ਕੱਲ੍ਹ। ਠੀਕ ਹੈ ਜੀ। ਫਿਰ ਦੂਜੀਆਂ ਬੱਚੀਆਂ ਵੀ ਕਾਲਜ ਪੜ੍ਹੀਆਂ, ਹੁਣ ਮੈਰਿਜਸ ਕੀਤੀਆਂ ਉਹਨਾਂ ਦੀਆਂ। ਅੱਛਾ, ਤੇ ਉਹ ਵੀ ਇਸ ਤਰ੍ਹਾਂ ਹੀ। ਅੱਛਾ, ਜਦੋਂ ਇੱਥੇ ਵਿਆਹ ਦਾ ਮਾਹੌਲ ਹੁੰਦਾ ਆ ਤੇ ਫਿਰ ਉਹ ਬਿਲਕੁਲ ਘਰ ਵਾਂਗੂ ਗਾਉਣ ਬੈਠਦੇ ਆ ਸਾਰੇ, ਉੱਦਾਂ ਹੀ ਪੂਰੇ ਸ਼ਗਨ ਵਿਹਾਰ। ਬਟ ਇਹ ਨਹੀਂ ਹੈ ਕਿ ਅਖਬਾਰਾਂ 'ਚ ਦੇਣਾ ਕਿ ਅੱਜ ਉੱਥੇ ਬੱਚੀ ਦਾ ਵਿਆਹ ਹੈ, ਬਿਲਕੁਲ ਨਹੀਂ, ਕਿਉਂਕਿ ਉਹਨੇ ਬੜੇ ਰਿਸਪੈਕਟਫੁਲੀ ਆਪਣੇ ਇਨ-ਲਾਜ਼ ਦੇ ਘਰ ਜਾਣਾ ਨਾ। ਅਸੀਂ ਬਿਲਕੁਲ ਨਹੀਂ ਕਿਸੇ ਨੂੰ ਦੱਸੀਦਾ, ਜਿਵੇਂ ਘਰਾਂ 'ਚ ਮਾਪੇ ਵਿਆਹ ਕਰਦੇ ਆਪਣੇ ਪਿਆਰ ਵਾਲੇ ਬੁਲਾ ਕੇ। ਹੁਣ ਬੱਚੀ ਵਿਆਹੀ ਹੈ, ਜੇ ਥੋੜ੍ਹੀ ਦਿਨ ਹੀ ਹੋਏ ਨੇ। ਬੱਚੀ ਮੇਰੀ BA ਫਾਈਨਲ 'ਚ ਪੜ੍ਹਦੀ ਸੀ ਜੀ, ਤੇ ਲੜਕਾ PhD ਕਰ ਰਿਹਾ, ਤੇ ਵਿਆਹ ਹੋ ਗਿਆ। ਹੁਣ ਸ਼ਾਦੀ ਕੀਤੀ ਹੈ। ਅੱਛਾ, ਫਿਰ ਤੁਹਾਨੂੰ ਤਾਂ ਸੰਧਾਰਾ ਲੈ ਕੇ ਵੀ ਬੜੇ ਥਾਂ ਜਾਣਾ ਪੈਂਦਾ ਹੋਣਾ? ਹਾਂਜੀ, ਪੂਰੀ ਸਾਰਾ ਹੀ ਕਰਨਾ ਪੈਂਦਾ ਜੀ। ਬਹੁਤ ਪਿਆਰ ਦੇ ਨਾਲ, ਅਦਬ ਦੇ ਨਾਲ। ਚਲੋ, ਇਹ ਤੇ ਗੱਲ ਹੋ ਗਈ ਉਹ ਬੱਚਿਆਂ ਦੀ। ਤੁਸੀਂ ਦੱਸ ਰਹੇ ਸੀ ਕਿ ਕੁਝ ਜਿਹੜੀਆਂ ਤੁਹਾਡੀਆਂ ਵੱਡੀਆਂ ਬੱਚੀਆਂ ਨੇ, ਉਹਨਾਂ ਨੇ ਤੁਹਾਡੇ ਨਾਲ ਰਹਿਣਾ ਚੁਣਿਆ, ਉਹ ਕਹਿੰਦੀਆਂ ਜੀ ਮੈਂ ਵਿਆਹ ਨਹੀਂ ਕਰਾਉਣੇ, ਉਹਨਾਂ ਬਾਰੇ ਵੀ ਦੱਸੋ। ਹਾਂਜੀ, ਉਹ ਬੱਚੀਆਂ ਸਾਰੀਆਂ ਬੜੀਆਂ ਵੈਲ ਕੁਆਲੀਫਾਈਡ ਨੇ, ਪੜ੍ਹੀਆਂ ਲਿਖੀਆਂ ਨੇ। ਅਸੀਂ ਤੇ ਸ਼ਾਦੀਆਂ ਫਿਰ ਬੱਚੇ ਨੂੰ ਰੀਹੈਬਲੀਟੇਟ ਕਰਨਾ ਹੁੰਦਾ ਕਿ ਬੱਚਾ ਆਪਣੇ ਘਰ 'ਚ ਜਾ ਕੇ ਸੁੱਖ ਨਾਲ ਰਵੇ, ਜਿਵੇਂ ਬੱਚੀਆਂ ਜਾਂਦੀਆਂ ਸਸੁਰਾਲ। ਪਰ ਉਹਨਾਂ ਵਿੱਚੋਂ 4-5 ਬੱਚੀਆਂ ਨੇ ਕਿਹਾ, ਉਹਨਾਂ ਨੇ ਡਿਟਰਮੀਨੇਸ਼ਨ ਲੈ ਲਿਆ ਕਿ ਮੰਮਾ ਅਸੀਂ ਇੱਥੇ ਹੀ ਰਹਿਣਾ ਤੁਹਾਡੇ ਨਾਲ ਸੇਵਾ 'ਚ। ਸੋ ਯੂਨੀਕ ਹੋਮ ਭਾਈ ਕਨ੍ਹਈਆ ਜੀ ਚੈਰੀਟੇਬਲ ਟਰਸਟ ਦਾ ਵਿੱਚ ਜਿਹੜੀ ਸਾਰੀ ਸੇਵਾ ਹੈ, ਜਿਹੜਾ ਸਾਰਾ ਉਹਦਾ ਮੈਨੇਜ ਕਰਨਾ, ਉਹ ਇੱਥੋਂ ਦੀਆਂ ਬੱਚੀਆਂ ਹੀ ਕਰ ਰਹੀਆਂ ਨੇ, ਜਿਹੜੀਆਂ ਮੈਂ ਆਪਣੀ ਹੱਥੀਂ ਕੋਈ ਕਿਤੋਂ ਚੁੱਕੀ, ਕੋਈ ਕਿਤੋਂ ਪੜ੍ਹਾ ਲਿਖਾ ਕੇ ਸੋਹਣਾ ਵਧੀਆ। ਸਾਡੀ ਇੱਕ ਡੇਟ ਫਿਕਸ ਹੋਇਆ 24 ਅਪ੍ਰੈਲ ਜੀ, ਉਦੋਂ ਅਸੀਂ ਇਹਨਾਂ ਬੱਚੀਆਂ ਦਾ ਜੁਆਇੰਟਲੀ ਬਰਥਡੇ ਸੈਲੀਬ੍ਰੇਟ ਕਰਦੇ ਹਾਂ ਜੀ। ਸੋ ਸਾਡਾ ਵਿਹੜਾ ਉਦੋਂ ਬੜੇ ਚਾਵਾਂ ਨਾਲ ਭਰਿਆ ਹੁੰਦਾ ਹੈ ਸਾਰਾ, ਇੱਥੇ ਖੜੇ ਹੋਣ ਨੂੰ ਜਗ੍ਹਾ ਨਹੀਂ ਹੁੰਦੀ। 24 ਅਪ੍ਰੈਲ ਵਾਲੇ 24 ਅਪ੍ਰੈਲ 100 kg ਦਾ ਕੇਕ ਕੱਟੀ ਦਾ, ਅਤੇ ਉਸ ਦਿਨ
ਬੱਚੀਆਂ ਬੜਾ ਖੁਸ਼ ਹੁੰਦੀਆਂ ਨੇ, ਆਪਣਾ ਪ੍ਰੋਗਰਾਮ ਆਪ ਉਹ ਦਿੰਦੀਆਂ ਨੇ ਸਾਰਾ। ਅਤੇ ਉਹਦੇ ਵਿੱਚ ਜਿਹੜੀ ਸਾਡੀ ਮਨਸ਼ਾ ਹੈ, ਜਿਹੜਾ ਜਿਸਟ ਹੁੰਦਾ ਹੈ ਕਿ ਕਿਤੇ ਵੀ ਕੋਈ ਮਾਂ ਭੈਣ ਸੁਣ ਰਹੀ ਹੋਵੇ ਕਿ ਅੱਜ ਬੱਚੀਆਂ ਦਾ ਬਰਥਡੇ ਹੈ, ਕਿਹੜੇ ਬੱਚਿਆਂ ਦਾ ਬਰਥਡੇ ਹੈ, ਉਹਨਾਂ ਨੂੰ ਪਤਾ ਲੱਗੇ। ਅਤੇ ਉਹਨਾਂ ਦੇ ਉਹ ਜਦੋਂ ਵੀ ਕੋਈ ਬੱਚੀ ਆਪਣੀ ਬੱਚੀ ਨੂੰ ਇੰਝ ਕੋਈ ਕੁੱਤੇ ਬਿੱਲੇ ਦੇ ਅੱਗੇ ਸੁੱਟਣ ਲੱਗੇ, ਉਹਦੇ ਮਾਈਂਡ 'ਚ ਆ ਜੇ ਰੁਕ ਜਾ, ਕਿਤੇ ਇਹਨਾਂ ਦਾ ਵੈਲਕਮ ਹੈਗਾ, ਆਪਣੀਆਂ ਕੌਨਸ਼ੀਅਸ ਨੂੰ ਕਵੇ ਨਾ ਸਿੱਟ। ਸਾਡਾ ਮਕਸਦ ਇਹ ਹੀ ਹੈ ਕਿ ਇਹਨਾਂ ਬੱਚੀਆਂ ਨੂੰ ਬਚਾਉਣਾ। ਜੀ ਹਾਂ, ਵਾਕਈ ਬਹੁਤ ਸੋਹਣਾ ਮਕਸਦ ਹੈ। ਔਰ ਅੱਜ ਤੱਕ ਕ੍ਰੈਡਲ ਦੇ ਵਿੱਚ ਕਿੰਨੇ ਬੱਚੇ ਮਿਲੇ ਨੇ? ਪੰਘੂੜੇ ਦੇ ਵਿੱਚ ਕਿੰਨੇ ਛੱਡ ਕੇ ਗਏ ਨੇ? ਕੋਈ ਛੱਡ ਕੇ ਗਿਆ? ਬੇਬੀ ਕ੍ਰੈਡਲ 'ਚ ਵੀ ਕੋਈ ਆਦਤ ਦੀ ਰੇਸ਼ੋ ਹੁੰਦੀ ਹੈ ਜੀ। ਤੇ ਹਾਂਜੀ। ਉਹ ਬੱਚੇ ਠੀਕ ਹੁੰਦੇ, ਤੰਦਰੁਸਤ ਹੁੰਦੇ ਜਦੋਂ ਤੁਸੀਂ ਚੱਕਦੇ ਹੋ? ਉਹ ਵੀ ਬੱਚੇ ਅੱਧੇ ਉਹ ਬਹੁਤ ਮਾੜੀ ਹਾਲਤ 'ਚ ਹੁੰਦੇ ਆ। ਪ੍ਰੀਮੈਚੁਰ ਹੁੰਦੇ ਉਹਨਾਂ ਦੇ ਵਿੱਚੋਂ ਕੁਝ? ਹਾਂ, ਪ੍ਰੀਮੈਚੁਰ ਵੀ ਹੁੰਦੇ ਆ। ਉਹ ਬੱਚੇ ਕਦੀ ਵੀ ਅਸੀਂ ਸਿੱਧਾ ਇੱਥੇ ਲੈ ਕੇ ਨਹੀਂ ਆਏ, ਜੀ। ਉੱਥੇ ਹੀ ਚੁੱਕ ਕੇ ਅਰਦਾਸ ਕਰਕੇ ਸਿੱਧੇ ਹਸਪੀਟਲ। ਅੱਜ ਵੀ ਬੇਟੀ ਇੱਕ 10 ਦਿਨ ਦੀ ਆ ਹਸਪੀਟਲ ਐਡਮਿਟ। ਉਹ ਪੰਘੂੜੇ ਦੇ ਵਿੱਚ ਆਏ ਸੀ? ਹਾਂਜੀ, ਗੂੜੇ ਦੇ ਵਿੱਚ ਆਈ ਸੀ। ਠੀਕ ਹੈ। ਅੱਛਾ, ਜਦੋਂ ਤੁਸੀਂ ਹੁਣ ਕਹਿ ਰਹੇ ਹੋ ਕਿ ਅਸੀਂ ਆਇਡੈਂਟੀਟੀ ਰਿਵੀਲ ਨਹੀਂ ਕਰਦੇ, ਤੇ ਕਦੀ ਕੋਈ ਆਪ ਹੀ ਆ ਜਾਂਦਾ ਹੈ ਦੇਣ ਤੁਹਾਨੂੰ ਬੱਚਾ, ਜਾਂ ਨਹੀਂ, ਕਦੀ ਕੋਈ ਨਹੀਂ ਆਪ ਦੇਣ ਆਉਂਦਾ। ਕਦੇ ਕੋਈ ਨਹੀਂ ਆਇਆ? ਕਦੀ ਨਹੀਂ ਆਇਆ ਕੋਈ। ਹਾਂਜੀ। ਤੁਸੀਂ ਕਿਉਂਕਿ ਉਹਨੂੰ ਡਰ ਹੁੰਦਾ ਹੈ ਕਿ ਸ਼ਾਇਦ ਸਾਡਾ ਨਾਮ ਉਰੇ ਨਾ ਜੇ, ਸਾਡੀ ਪਹਿਚਾਣ ਨਾ ਹੋ ਜਾਵੇ, ਚਾਹੇ ਤੁਸੀਂ ਕਹਿ ਵੀ ਰਹੇ ਹੋ ਬਾਰ-ਬਾਰ। ਉਹ ਸੁਸਾਇਟੀ 'ਚ ਕਿਵੇਂ ਵਿਚਰੇਗੀ ਫਿਰ ਬੱਚੀ, ਜਿਹਦਾ ਬੱਚਾ ਹੋਏਗਾ? ਕਿਉਂਕਿ ਸਾਡੀ ਸੁਸਾਇਟੀ ਇੰਨੀ ਉਹ ਅਜੇ ਉਹਦਾ ਖੁੱਲਿਆ ਹੀ ਨਹੀਂ ਕਿ ਉਹਨੂੰ ਅਸੀਂ ਸਵੀਕਾਰ ਕਰੀਏ। ਵਾਕਈ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਸਾਡਾ ਸਮਾਜ ਦਾ ਤਾਣਾ ਬਾਣਾ ਕੁਛ ਇੱਦਾਂ ਦਾ ਆ ਕਿ ਸਾਰੀ ਇੱਜ਼ਤ ਦਾ ਦਾਰੋਮਦਾਰ ਜਿਹੜਾ ਆ ਉਹ ਕੁੜੀ ਦੇ ਸਿਰ ਤੇ ਹੁੰਦਾ, ਫੀਮੇਲ ਦੇ ਸਿਰ ਤੇ ਹੁੰਦਾ। ਬਈ ਜੇ ਤੂੰ ਨੱਠ ਕੇ ਵਿਆਹ ਕਰਾ ਲਿਆ ਤੇ ਘਰਦਿਆਂ ਦੀ ਤਾਂ ਪੱਗ ਨਹੀਂ ਰਹਿਣੀ, ਤੂੰ ਜੇ ਇਦਾਂ ਕਰ ਦਿੱਤਾ ਤੇ ਪੱਗ ਨਹੀਂ ਰਹਿਣੀ। ਤਾਂ ਦੂਸਰੇ ਬੰਨੇ ਜੇ ਮੁੰਡਾ ਕਿਸੇ ਦੀ ਕੁੜੀ ਕੱਢ ਕੇ ਲਿਆਵੇ ਤਾਂ ਬੜੇ ਮਾਣ ਨਾਲ ਪਿੰਡ 'ਚ ਦੱਸਿਆ ਜਾਂਦਾ ਵੀ ਉਹ ਤਾਂ ਕੱਢ ਕੇ ਲਿਆਇਆ ਸੀ, ਫਲਾਨਿਆਂ ਦੀ ਕੁੜੀ ਸੀਗੀ। ਇਹ ਸਿਸਟਮ ਇਸੇ ਸਿਸਟਮ ਨੇ ਤੇ ਸਾਰਾ ਅਪਸੈਟ ਕੀਤਾ ਹੋਇਆ ਸਾਡੀ ਸੁਸਾਇਟੀ ਦਾ ਤਾਣਾ ਬਾਣਾ। ਜੀ। ਤੇ ਜੇ ਅਸੀਂ ਉਹਨਾਂ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੋਣ ਵੀ ਬੱਚੇ ਇਸ ਤਰ੍ਹਾਂ ਨਹੀਂ ਕਰਨਾ, ਸੀ ਸਾਡੀ ਇੱਕ ਸਿਸਟਮ ਦੀ ਮਰਿਆਦਾ ਹੈ ਜੀ। ਇੱਕ ਸਿਸਟਮ 'ਚ ਰਹਿ ਕੇ ਸਾਰਾ ਕੁਛ ਹੋਵੇ ਤੇ ਸੁਸਾਇਟੀ ਸੋਹਣੀ ਚੱਲਦੀ ਹੈ। ਜਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਨਹੀਂ ਸਕੇ। ਜੀ। ਇਹੀ ਕਾਰਨ ਹੈ ਕਿ ਸਾਡੇ ਜਿਹੜੇ ਵੱਡੇ ਬਜ਼ੁਰਗੇ ਨੇ, ਚਲੋ ਉਹਨਾਂ ਦੇ ਤੇ ਬੜੇ ਤਜਰਬੇ ਹੁੰਦੇ ਆ, ਬੜੀ ਲਾਈਫ ਹੰਡਾਈ ਹੁੰਦੀ ਹੈ, ਭਾਵੇਂ ਉਹ ਸਮਝਾਉਣ ਵੀ, ਤਾਂ ਵੀ ਅੱਜ ਕੱਲ੍ਹ ਉਹੀ ਤੁਹਾਡੇ ਵਾਲੀ ਗੱਲ ਵੀ ਸਾਡੇ ਕਾਲਜਾਂ ਸਕੂਲਾਂ 'ਚ ਇਹ ਐਜੂਕੇਸ਼ਨ ਨਹੀਂ ਹੈਗੀ ਕਿ ਜਿੱਥੋਂ ਬੱਚੇ ਸਮਝ ਸਕਣ ਸਾਰੀ ਗੱਲ ਨੂੰ, ਆਪਣੇ ਧਿਆਨ 'ਚ ਰੱਖ ਕੇ ਸੋਹਣੀ ਆਪਣੀ ਲਾਈਫ ਲੀਡ ਕਰਨ। ਅਤੇ ਸੋ ਕਾਫੀ ਗੱਲਾਂ ਨੇ ਜਿਹੜੀਆਂ ਇਹਦੇ ਵਿੱਚ ਇਸ ਬੁਰਾਈ ਦੇ ਵਿੱਚ ਉਹਨਾਂ ਨੂੰ ਹਲਾਸ਼ੇਰੀ ਦਿੰਦੀਆਂ ਹੈ। ਅੱਛਾ ਪ੍ਰਕਾਸ਼ ਕੌਰ ਜੀ, ਜਦੋਂ ਆਪਾਂ ਗੱਲ, ਤੁਸੀਂ ਸਕੂਲ ਕਾਲਜਾਂ ਦੀ ਗੱਲ ਕੀਤੀ ਆ, ਤੇ ਸਕੂਲ ਕਾਲਜਾਂ ਦੇ ਜ਼ਮਾਨੇ ਉੱਦਾਂ ਦੇ ਉਲਟ ਆ ਗਏ ਨੇ ਕਿ ਤੁਸੀਂ ਜੇ ਗਾਣਾ ਕੋਈ ਲਾ ਕੇ ਦੇਖ ਲਓ ਤੇ ਉੱਥੇ ਪਿਆਰ, ਮੁਹੱਬਤ, ਇਸ਼ਕ ਦੀਆਂ ਗੱਲਾਂ ਹੁੰਦੀਆਂ। ਕਦੇ ਕੋਈ ਗੱਲ ਨਹੀਂ ਆਈ ਕਿ ਉਹ ਪੜ੍ਹਦਾ ਸੀ ਤੇ ਉਹ ਚੰਗੇ ਥਾਂ ਚਲੇ ਗਿਆ। ਘੜਨ ਵਾਲੇ ਗਾਣੇ ਘੜਨ ਵਾਲੇ ਵੀ ਨਹੀਂ ਕਰਦੇ। ਤੁਹਾਨੂੰ ਲੱਗਦਾ ਉਹਦਾ ਅਸਰ ਪੈਂਦਾ ਸਮਾਜ 'ਤੇ? ਪੈਂਦਾ, ਕਿਉਂਕਿ ਸਾਡੇ ਅੱਜ ਕੱਲ੍ਹ ਦੇ ਜਿਹੜੇ ਸੌਂਗ ਨੇ, ਕਦੀ ਤੁਸੀਂ ਪੈਟਰੀਓਟ ਦੇਸ਼ ਭਗਤੀ ਦੇ ਸੌਂਗ ਨਹੀਂ ਸੁਣੋਗੇ। ਬਿਲਕੁਲ। ਉਹ ਕਿੱਥੇ ਉੱਡ ਗਏ, ਕਿੱਥੇ ਚਲੇ ਗਏ? ਕਿਉਂ ਨਾ ਤੁਸੀਂ ਸਮਾਜ ਨੂੰ ਇੱਕ ਹੈਲਦੀ ਐਟਮੋਸਫੇਅਰ ਦਿਓ ਆਪਣੇ ਗਾਣਿਆਂ ਦੇ ਰਾਹੀਂ। ਮੈਂ ਤਾਂ ਜਦੋਂ ਕਿਤੇ ਮੇਰੇ ਕੋਲ ਸਿੰਗਰ ਵੀ ਕੋਈ ਆਏ ਤੇ ਮੈਂ ਇਹੋ ਹੀ ਹੱਥ ਜੋੜਦੀ ਹੁੰਦੀ ਹਾਂ, ਭਾਈ ਆਹ ਗਾਣੇ ਬੋਲੋ ਕਿ ਧੀਆਂ ਦਾ ਸਤਿਕਾਰ ਕਰੋ ਤੇ ਧੀਆਂ ਨੂੰ ਸੁੱਟੋ ਨਾ। ਨਿਰਾ ਇਹ ਹੀ ਨਹੀਂ ਹੈ ਕਿ ਅਸੀਂ ਜੀ ਇੱਕ ਸ਼ੋਸ਼ਾ ਜਿਹਾ ਬਣ ਗਿਆ, ਲੋਹੜੀ ਮਨਾਈ, ਲੋਹੜੀ ਮਨਾਈ, ਧੀਆਂ ਦੀ ਲੋਹੜੀ ਕਹਿ ਕੇ ਅੱਜ ਧੀਆਂ ਦੀ ਲੋਹੜੀ ਮਨਾਈ, ਇਹ ਕਿੰਨਾ ਵੈ। ਬਟ ਉਹਨਾਂ ਦੇ ਘਰਾਂ 'ਚ ਜਦੋਂ ਦੂਜੀ ਤੀਜੀ ਧੀ ਹੁੰਦੀ ਹੈ, ਸੋਗ ਮਨਾਇਆ ਜਾਂਦਾ। ਕਿਉਂ? ਸਾਨੂੰ ਆਪਣੀ ਸੋਚ ਬਦਲਣੀ ਪਏਗੀ। ਉਹ ਬਾਬੇ ਨਾਨਕ ਵਾਂਗੂ ਭੰਡ ਜੰਮੇ ਭੰਡ ਢੂੰਡਣ ਲੱਗ ਗਏ। ਹਾਂਜੀ, ਮਤਲਬ ਉਹ ਭੰਡਾਂ ਨੂੰ ਭੰਡਦੇ ਵੀ ਆ ਤੇ ਫਿਰ ਉਹਨਾਂ ਤੋਂ ਬਿਨਾਂ ਸਰਦਾ ਵੀ ਨਹੀਂ। ਬਿਲਕੁਲ। ਸਾਨੂੰ ਸੋਚ ਆਪਣੀ ਬਦਲਣੀ ਪਏਗੀ। ਆਪਣੇ ਗੁਰੂ ਪੀਰਾਂ ਦੇ ਦੱਸੇ ਰਾਹ ਤੇ ਸਾਨੂੰ ਚੱਲਣਾ ਪਵੇਗਾ। ਅੱਜ ਤੋਂ ਕਿੰਨੇ 100 ਸਾਲ ਪਹਿਲਾਂ 10ਵੇਂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਾਤਾ ਭਾਗ ਕੌਰ ਜੀ ਨੂੰ ਘੋੜਸਵਾਰੀ ਸਿਖਾਈ, ਤੀਰਅੰਦਾਜ਼ੀ ਸਿਖਾਈ, ਜੰਗ ਦੇ ਯੁੱਧ ਦੀ ਕਲਾ ਸਿਖਾਈ, ਹਾਰਸ ਰਾਈਡਿੰਗ ਸਿਖਾਈ, ਤੇ ਫਿਰ ਥਾਪੜਾ ਦਿੱਤਾ, ਮਾਤਾ ਜੀ ਚਲੋ ਯੁੱਧ ਦੇ ਮੈਦਾਨ ਵਿੱਚ ਉੱਥੇ ਤੁਸੀਂ ਪੂਰੀ ਫਤਿਹ ਕਰਕੇ ਆਉਣਾ ਤੇ ਯੁੱਧ ਲੜਨਾ। ਤੇ ਮਾਤਾ ਜੀ ਲੜੇ ਤੇ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਅਸੀਂ ਕਿਹੜੇ ਗੁਰੂਆਂ ਦੀ ਅਸੀਂ ਅੰਸ਼ ਬੰਸ਼ ਵਿੱਚੋਂ ਵਾਂ। ਵੇਖੋ ਗੁਰੂਆਂ ਨੇ ਕਿੰਨੀ ਆਜ਼ਾਦੀ ਦਿੱਤੀ ਲੇਡੀ ਨੂੰ। ਮਾਤਾ ਜੀ ਬੀਇੰਗ ਏ ਫੀਮੇਲ, ਸੱਚੇ ਪਾਤਸ਼ਾਹ ਨੇ ਉਹਨਾਂ ਦਿਨਾਂ 'ਚ ਜਦੋਂ ਕਿ ਹੱਥ ਨਹੀਂ ਨੰਗਾ ਕਰ ਸਕਦੀ ਸੀ ਲੇਡੀ, ਉਧਰ ਗੁਰੂ ਸਾਹਿਬ ਜੀ ਨੇ ਦਮਾਲਾ ਸਜਾ ਕੇ, ਕਿਰਪਾਨਾਂ ਪਵਾ ਕੇ
ਘੋੜੇ ਤੇ ਚਾੜ ਕੇ ਚਲੋ ਮਾਤਾ ਜੀ ਜੰਗ ਕਰੋ। ਇਹ ਹੈ ਐਡਵਾਂਸ ਹੋਣਾ, ਨਾ ਕਿ ਆ ਇਹੋ ਜਿਹੇ ਗਾਣੇ ਬਾਣੇ ਬੋਲ ਕੇ ਤੇ ਕਹਿ ਦਈਏ ਅਸੀਂ ਬੜੇ ਐਡਵਾਂਸ ਆ। ਜੇ ਐਡਵਾਂਸ ਹੋਣਾ ਕਿਸੇ ਨੇ ਸਿੱਖਣਾ ਤੇ ਉਹ 10ਵੇਂ ਪਾਤਸ਼ਾਹ ਦੀ ਸਿੱਖਿਆ ਤੇ ਚੱਲ ਕੇ ਮਾਤਾ ਭਾਗ ਕੌਰ ਜੀ ਦੀ ਤਰ੍ਹਾਂ ਆਪਣੀਆਂ ਬੱਚੀਆਂ ਨੂੰ ਐਡਵਾਂਸਨੈਸ ਦਾ ਲੈਸਨ ਪੜ੍ਹਾਉਣ। ਜੀ ਅੱਛਾ, ਚਲੋ ਜਦੋਂ ਐਡਵਾਂਸਨੈਸ ਦੀ ਗੱਲ ਤੁਸੀਂ ਕਰਦੇ ਹੋ ਤਾਂ ਅਕਸਰ ਬਰਾਬਰੀ ਦੀ ਗੱਲ ਕਰਨ ਲੱਗਿਆਂ ਅਸੀਂ ਨਾ ਝੁਕ ਜਾਂਦੇ ਹਾਂ। ਜਦੋਂ ਬਹੁਤ ਸਾਰੀਆਂ ਨਿਰਭਇਆ ਰੇਪ ਹੋਇਆ, ਬਹੁਤ ਸਾਰੇ ਮੰਤਰੀਆਂ ਸ਼ੰਤਰੀਆਂ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਨੇ, ਉਹ ਕਹਿੰਦੇ ਜੀ ਉਹਨੇ ਛੋਟੇ ਕੱਪੜੇ ਪਾਏ ਸੀਗੇ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੱਪੜੇ ਦੱਜ ਕਰ ਸਕਦੇ ਕਿ ਅਗਲਾ ਤੁਹਾਡੇ ਨਾਲ ਕੁਝ ਵੀ ਕਰ ਲਵੇ? ਬਿਲਕੁਲ ਨਹੀਂ। ਤੁਹਾਡਾ ਇਖਲਾਕ ਇੰਨਾ ਉੱਚਾ ਹੋਏ, ਤੁਹਾਡਾ ਇਖਲਾਕ ਇੰਨਾ ਉੱਚਾ ਹੋਣਾ ਚਾਹੀਦਾ ਵਾ। ਇਹ ਤੇ ਬਿਲਕੁਲ ਘਿਨਾਉਣੀ ਗੱਲ ਵਾ, ਘਿਨਾਉਣੀ ਗੱਲ ਵਾ। ਪਰ ਜਦੋਂ ਇਹਦੀ ਜਿੰਨੀ ਨਿੰਦਿਆ ਕੀਤੀ ਜਾਏ ਉਨੀ ਥੋੜੀ ਹੈ। ਜਦੋਂ ਮੰਤਰੀ ਤੁਹਾਡੇ ਇਦਾਂ ਦਾ ਜਵਾਬ ਦੇਣ ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਖਤਰੇ ਦੇ ਵਿੱਚ ਹਾਂ ਤੇ ਸਾਡੀ ਸੁਸਾਇਟੀ ਵੀ ਖਤਰੇ 'ਚ ਹੈ? ਬਿਲਕੁਲ, ਇਹਦੇ 'ਚ ਤਾਂ ਕੋਈ ਦੂਜੀ ਰਾਏ ਨਹੀਂ। ਆ ਕੀ ਰੋਜ਼ ਵਾਪਰ ਰਿਹਾ। ਆ ਯੂਪੀ ਬਿਹਾਰ ਦੀਆਂ ਵੀ ਖਬਰਾਂ ਸੁਣਦੇ ਆ, ਪੰਜਾਬ 'ਚ ਵੀ ਆਉਂਦੀਆਂ ਨੇ। ਜੀ ਇਹੀ ਕਾਰਨ ਹੈ ਕਿ ਅਸੀਂ ਸੋਚ ਬਦਲੀ ਨਹੀਂ ਫੀਮੇਲ ਦੇ ਪ੍ਰਤੀ। ਅਸੀਂ ਕਿਉਂ ਨਹੀਂ, ਸਾਡੀ ਸੋਚ ਨੂੰ ਕਿਉਂ ਇਹ ਜੰਗਾਲ ਲੱਗ ਗਿਆ? ਅੱਜ ਕੱਲ੍ਹ ਔਰਤ ਕੀ ਨਹੀਂ ਕਰ ਸਕਦੀ, ਉਹਨੂੰ ਹੀਣ ਭਾਵਨਾ ਦੇਣੀ, ਉਹਨੇ ਆਹ ਕੱਪੜਾ ਪਾਇਆ, ਉਹਨੇ ਆਹ ਕੱਪੜਾ ਪਾਇਆ। ਜੀ, ਤੁਹਾਡੀ ਆਪਣੀ ਸੋਚ ਕਿੱਥੇ ਖੜੀ ਹੈ? ਅੱਛਾ, ਮੇਰਾ ਹੁਣ ਦੂਸਰਾ ਸਵਾਲ ਵੀ ਇਹਦੇ ਨਾਲ ਹੀ ਮਿਲਦਾ ਆ ਕਿ ਜਦੋਂ ਕੱਪੜੇ ਦੀ ਗੱਲ ਅਸੀਂ ਕਰਦੇ ਆ, ਤੁਹਾਨੂੰ ਲੱਗਦਾ ਕਿ ਹੁਣ ਮੁੰਡਿਆਂ ਨੂੰ ਸਿਖਾਉਣ ਦੀ ਲੋੜ ਆ ਕਿ ਕਿੱਦਾਂ ਬਹਿਣਾ ਆ? ਪਹਿਲਾਂ ਹੁੰਦਾ ਇਹ ਕੁੜੀਆਂ ਨੂੰ ਕਹਿੰਦਾ ਵੀ ਜ਼ਿਆਦਾ ਹੱਸੀ ਦਾ ਨਹੀਂ ਅੱਗੇ ਜਾਣਾ, ਹੁਣ ਮੁੰਡਿਆਂ ਨੂੰ ਜ਼ਿਆਦਾ ਹੁਣ ਤੇ ਬੇਟਿਆਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਹੈ ਕਿ ਬੱਚਿਓ ਕਿਵੇਂ ਸਮਾਜ ਦੇ ਵਿੱਚ ਵਿਚਰਨਾ ਵਾ। ਆ ਜਿਹੜਾ ਤੁਸੀਂ ਹੋਸ਼-ਪੋਸ਼ ਕਰਦੇ ਹੋ ਤੇ ਇੱਧਰ ਉੱਧਰ ਦਾ ਉਹ ਛੱਡ ਦਿਓ ਸਾਰਾ ਕੁਝ। ਹੁਣ ਬੇਟਿਆਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਹੈ। ਵਾਕਈ। ਅੱਛਾ, ਤੁਹਾਡਾ ਬਾਣਾ ਦੇਖ ਕੇ ਲੱਗਦਾ ਹੈ ਕਿ ਤੁਸੀਂ ਸਿੱਖੀ ਸਰੂਪ ਦੇ ਨਾਲ ਬੜਾ ਪਿਆਰ ਆ ਤੁਹਾਡਾ। ਤੁਸੀਂ ਜਦੋਂ ਅਸੀਂ ਆਏ ਤੁਹਾਨੂੰ ਮਿਲੇ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਵੀ ਕੀਤੀਆਂ ਸੀਗੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਤੁਹਾਨੂੰ ਲੱਗਦਾ ਹੈ ਕਿ ਸਾਡੀ ਸਭ ਤੋਂ ਉੱਚੀ ਸੰਸਥਾ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਵਿੱਚ ਵੀ ਬੜੀਆਂ ਉਣਤਾਈਆਂ ਹੋ ਗਈਆਂ ਨੇ, ਉਹ ਚੰਗੇ ਤਰੀਕੇ ਨਾਲ ਲੀਡ ਨਹੀਂ ਕਰਦੀ? ਕਿਉਂਕਿ ਪਿੱਛੇ ਜੇ ਉਹਨਾਂ ਨੇ 100 ਸਾਲ ਮਨਾਏ ਨੇ, ਪਰ ਜਿਸ ਮਕਸਦ ਦੇ ਨਾਲ ਉਹ ਸ਼ੁਰੂ ਹੋਈ ਸੀਗੀ, ਮਹੰਤਾ ਤੋਂ ਛੁਡਾਏ ਸੀ ਸਾਡੇ ਗੁਰਦੁਆਰਾ ਸਾਹਿਬ, ਚੰਗੇ ਕੰਮ ਕੀਤੇ ਸੀਗੇ। ਹੁਣ ਤੁਹਾਨੂੰ ਲੱਗਦਾ ਹੈ ਕਿ ਸਾਡੇ ਉਹ ਜਿਹੜੇ ਲੀਡ ਕਰਨ ਵਾਲੇ ਨੇ ਉਹ ਵੀ ਬਦਲ ਗਏ ਨੇ ਤੇ ਮਕਸਦ ਵੀ ਬਦਲ ਗਏ ਨੇ, ਸਿਆਸੀ ਮਕਸਦ ਹੋ ਗਏ ਜ਼ਿਆਦਾ? ਕਿਹੜੇ ਡਿਪਾਰਟਮੈਂਟ ਦੀ ਗੱਲ ਕਰੋਗੇ? ਸਾਰੇ ਡਿਪਾਰਟਮੈਂਟਾਂ ਵਿੱਚ ਨਿਗਾਰ ਤੇ ਆਉਂਦਾ ਹੀ ਹੈ। ਸਾਨੂੰ ਆਪਣਾ ਇਖਲਾਕ ਉੱਚਾ ਰੱਖਣਾ ਚਾਹੀਦਾ ਹੈ। ਪਰ ਬੀਬੀ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਉਹ ਲੀਡ ਕਰਦੇ ਨੇ, ਸਾਨੂੰ ਸਾਡੇ ਫੋਰਫਰੰਟ ਦੇ ਉੱਤੇ ਖੜੇ ਹੋ ਕੇ, ਪਹਿਲੀ ਕਤਾਰ ਦੇ ਵਿੱਚ ਖੜੇ ਹੋ ਕੇ ਦੱਸਦੇ ਨੇ ਵੀ ਭਾਈ ਆਹ ਤੁਸੀਂ ਕਰਨਾ ਹੈ, ਉਹਨਾਂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਜੀ ਕਿ ਅਸੀਂ ਸੁਸਾਇਟੀ ਨੂੰ ਬਹੁਤ ਸੋਹਣੇ ਸੁਚਾਰੂ ਢੰਗ ਨਾਲ ਗੁਰੂ ਸਾਹਿਬ ਜੀ ਦੀ ਰਹਿਤ ਮਰਿਆਦਾ ਦੇ ਅਨੁਸਾਰ ਅਸੀਂ ਸੰਗਤ ਨੂੰ ਦੱਸੀਏ ਕਿ ਆਇਆ ਸਾਡੇ ਸਿਸਟਮ ਨੇ, ਆਇਆ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵਾ ਜੀ। ਚਾਹੀਦਾ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ। ਉਹ ਤਾਂ ਮੇਨ ਗੱਲ ਆਪਾਂ ਸਰੂਪਾਂ ਦੀ ਕਰ ਲਈਏ, ਉੱਥੇ ਤਾਂ ਸਰੂਪ ਦਾ ਹੀ ਨਹੀਂ ਪਤਾ ਲੱਗਦਾ ਕਿ ਸਰੂਪ ਜਿਹੜੇ ਨੇ ਉਹ ਬਿਨਾਂ ਲਿਖੇ ਪੜ੍ਹਤ ਤੋਂ 130 ਸਰੂਪਾਂ ਤੋਂ ਵੱਧ ਜਿਹੜੀ ਗੱਲ ਹੋਈ ਸੀ ਕਿ ਉਹ ਮਿਲੇ ਨਹੀਂ, ਪਤਾ ਨਹੀਂ ਕਿੱਥੇ ਦੇ ਦਿੱਤੇ, ਕਿੱਦਾਂ ਦੇ ਦਿੱਤੇ। ਤੇ ਤੁਹਾਨੂੰ ਲੱਗਦਾ ਕਿ ਉਹ ਵੀ ਕਾਫੀ ਇਸ਼ੂ ਨੇ, ਕਾਫੀ ਵੱਡੇ ਇਸ਼ੂ ਨੇ? ਇਹ ਬੜੇ ਵੱਡੇ ਇਸ਼ੂ ਨੇ। ਇਹ ਬੜੀ ਸੰਜੀਦਗੀ ਨਾਲ, ਬੜੀ ਗੰਭੀਰਤਾ ਨਾਲ, ਬੜੀ ਸੰਜੀਦਗੀ ਨਾਲ ਔਰ ਬੜੇ ਗੁਰਸਿੱਖ ਉਹਨਾਂ 'ਚ ਬੈਠਣ ਜੀ, ਔਰ ਜਿਨ੍ਹਾਂ ਨੂੰ ਸਿੱਖੀ ਰਵਾਇਤਾਂ ਦਾ, ਸਿੱਖੀ ਪਿਰਤਾਂ ਤੋਂ ਜਾਣੂ ਹੋਣ। ਤੇ ਇਹ ਬੜੇ ਗੰਭੀਰ ਮਸਲੇ ਆ ਜਿਨ੍ਹਾਂ ਤੇ ਕਿ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ। ਨਾਲ ਕਿਹੜੀ ਗੱਲ ਹੈ ਜਿਹਦਾ ਹੱਲ ਨਹੀਂ ਨਿਕਲਦਾ, ਵਾਕਿਆ। ਪਰ ਜੇ ਅਸੀਂ ਸੰਜੀਦਗੀ ਨਾਲ ਕਰੀਏ ਤਾਂ। ਅੱਛਾ, ਚਲੋ ਇਹ ਤਾਂ ਗੱਲ ਹੈਗੀ ਕਿ ਹੱਲ ਨਿਕਲ ਜਾਊਗਾ, ਪਰ ਹੱਲ ਕੱਢਣ ਲਈ ਕੋਈ ਤਿਆਰ ਵੀ ਤਾਂ ਹੋਵੇ, ਕਿਉਂਕਿ ਇਹਦਾ ਲੱਗਦਾ ਹੈ ਕਿ ਉਹਨਾਂ ਨੇ ਤਾਂ ਜੰਦਰਾ ਮਾਰ ਲਿਆ, ਉਹਨਾਂ ਨੂੰ ਲੱਗਦਾ ਕਿ ਸਾਡੀ ਪ੍ਰਾਪਰਟੀ ਹੈ ਕਿਸੇ ਇੱਕ ਪੋਲੀਟੀਕੂਲਰ ਸਿਆਸੀ ਪਾਰਟੀ ਨੂੰ। ਨਹੀਂ, ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਆਪੇ ਹੀ ਸੱਚੇ ਪਾਤਸ਼ਾਹ ਸਮਤ ਦਿਓ। ਪਹਿਲੀਆਂ ਵੀ ਜਦੋਂ ਇੰਨਾ ਕੁਛ ਹੋਇਆ ਤੇ ਕੀ ਨਹੀਂ ਸੀ ਹੋਇਆ, ਸਾਰੇ ਨਿਕਲੇ ਨਾ ਹੱਲ, ਤੇ ਹੁਣ ਵੀ ਗੁਰੂ ਸਾਹਿਬ ਕਿਰਪਾ ਕਰਨਗੇ। ਚਲੋ, ਮੈਂ ਇੱਕ ਹੋਰ ਹਟ ਕੇ ਮੁੱਦੇ ਤੋਂ ਸਵਾਲ ਪੁੱਛਦਾ ਹਾਂ। ਤੁਸੀਂ ਕਹਿੰਦੇ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਸਮੱਤ ਦੇਣਗੇ, ਲੱਗਦਾ ਕਿ ਪੰਜਾਬੀਆਂ ਨੂੰ ਸਮੱਤ ਆ ਗਈ ਹੈ, ਅਸੀਂ ਦੁਬਾਰਾ ਤੋਂ ਸੁਰਜੀਤ ਹੋ ਗਏ ਹਾਂ, ਕਿਸਾਨੀ ਸੰਘਰਸ਼ ਅਸੀਂ ਬਹੁਤ ਵੰਡਿਆ, ਹਾਲਾਂਕਿ ਟਰੈਕਟਰ ਮਾਰਚ ਸੀਗਾ ਉਹਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਗਲਤ ਕਰ ਦਿੱਤਾ, ਇਹਨੂੰ ਕਿੱਦਾਂ ਦੇਖਦੇ ਹੋ ਪੂਰੇ ਕਿਸਾਨੀ ਅੰਦੋਲਨ ਨੂੰ? ਇਹਦੇ ਬਾਰੇ ਮੈਨੂੰ ਬਹੁਤੀ ਨਹੀਂ ਹੈ ਗਿਆਨ, ਬਟ ਜੇ ਉਹ ਜੋ ਵੀ ਕਰ ਰਹੇ ਆ, ਜੋ ਵੀ ਮਤਲਬ ਹੋਇਆ ਤੇ ਉਹ ਹੋਇਆ ਤੇ ਇੱਕ ਤਰ੍ਹਾਂ ਦਾ ਜੋ ਵੀ ਉੱਥੇ ਉਦੋਂ ਖੱਲਰ ਪਿਆ, ਨਹੀਂ ਸੀ ਪੈਣਾ ਚਾਹੀਦਾ ਜੀ, ਨਹੀਂ ਸੀ ਪੈਣਾ ਚਾਹੀਦਾ, ਉਹ ਮੰਦਭਾਗਾ ਨਹੀਂ ਸੀ ਪੈਣਾ ਚਾਹੀਦਾ। ਪਰ ਕੁਝ ਉਹਦੇ ਵਿੱਚ ਸਿਆਣਿਆਂ ਦੀ ਰਾਏ ਨਹੀਂ ਵੀ ਲਈ ਗਈ ਜੀ। ਜੇ ਸਾਰਾ ਵੇਖਿਆ ਜਾਏ
ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਅੱਛਾ, ਨਹੀਂ ਮੈਂ ਓਵਰਆਲ ਪੁੱਛਣਾ ਕਿ ਓਵਰਆਲ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਆਪਾਂ ਕੱਲ ਦੀ ਗੱਲ ਨੂੰ ਛੱਡ ਹੀ ਦਈਏ, ਇਹ ਪੂਰੇ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ, ਕਿਸਾਨੀ ਸੰਘਰਸ਼ ਨੂੰ ਮਾਤਾ ਜੀ? ਕਿ ਇਹ ਸੰਘਰਸ਼ ਵਾਕਈ ਸੁਰਜੀਤ ਕਰਨ ਆਇਆ ਸਾਨੂੰ ਸਾਰਿਆਂ ਨੂੰ, ਅਸੀਂ ਹੱਕਾਂ ਲਈ ਖੜੇ ਹੋਣਾ ਜਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਸਿਖਾਇਆ ਸੀਗਾ, ਅਸੀਂ ਖੜੇ ਹੋਏ ਹਾਂ। ਬਟ ਇੱਕ ਉਹਦੀ ਇੱਕ ਮਰਿਆਦਾ ਜੀ, ਹਰ ਕੰਮ ਮਰਿਆਦਾ ਮੰਗਦਾ, ਹਰ ਕੰਮ ਹਰ ਸੰਸਥਾ ਇੱਕ ਸਿਸਟਮ ਮੰਗਦੀ ਹੈ। ਪੂਰਨ ਸੰਜੀਦਗੀ ਨਾਲ, ਗੰਭੀਰਤਾ ਨਾਲ, ਇੱਕ ਮਰਿਆਦਾ ਵਿੱਚ ਰਹਿ ਕੇ ਅਸੀਂ ਆਪਣੇ ਹੱਕ ਮੰਗ ਸਕਦੇ ਹਾਂ। ਅੱਛਾ, ਤੁਹਾਡਾ ਪੂਰਾ ਜੀਵਨ ਜਿਹੜਾ ਹੈ ਉਹ ਲੰਘ ਗਿਆ ਯੂਨੀਕ ਹੋਮ ਦੇ ਨਾਲ, ਬਹੁਤ ਪਿਆਰ ਦੇ ਨਾਲ, ਤੇ ਕਦੀ ਲੱਗਿਆ ਨਹੀਂ, ਕਈ ਵਾਰ ਹੁੰਦਾ ਹੁੰਦਾ ਨਾ ਕਿ ਲੱਗਿਆ ਹੋਵੇ ਕਿ ਸ਼ਾਇਦ ਮੈਂ ਵੀ ਆਪਣੀ ਇੱਕ ਜ਼ਿੰਦਗੀ ਸ਼ੁਰੂ ਕਰ ਲੈਂਦੀ, ਮੇਰਾ ਕੋਈ ਹਮਸਾਥੀ ਹੁੰਦਾ, ਕਦੀ ਇੱਦਾਂ ਲੱਗਿਆ? ਨਹੀਂ, ਬਿਲਕੁਲ ਨਹੀਂ, ਕਦੀ ਲੋੜ ਨਹੀਂ ਪਈ? ਨਹੀਂ, ਆ ਵੇਖ ਹਮਸਾਥੀ ਆ ਗਿਆ। ਅੱਛਾ, ਕੋਈ ਨਾ ਕੋਈ ਬੱਚੇ ਆ। ਅੱਛਾ, ਇਹ ਵੀ ਬੱਚੇ ਤੁਹਾਨੂੰ ਇੱਥੋਂ ਮਿਲੇ ਸੀ? ਹਾਂਜੀ ਹਾਂਜੀ, ਠੀਕ ਆ। ਬੜੀ ਬਖਸ਼ਿਸ਼, ਬੜੀ ਕਿਰਪਾ ਗੁਰੂ ਸਾਹਿਬ ਨੇ ਕੀਤੀ, ਇਹਨਾਂ ਬਾਲੜੀਆਂ ਦੀ ਸੇਵਾ ਬਖਸ਼ੀ, ਤੇ ਬੜੇ ਚੜ੍ਹਦੀ ਕਲਾ 'ਚ ਰਹਿ ਕੇ ਬੜਾ ਨਵਾਂ ਜੀਵਨ ਵੱਖਰੀ ਤਰ੍ਹਾਂ ਦਾ ਬਤੀਤ ਕਰਕੇ, ਔਰ ਉਹ ਸੁੱਖ ਮਨ ਦਾ ਪਾਇਆ ਕਿ ਜਿਹੜੇ ਸੁੱਖ ਨੂੰ ਦੇਵੀ ਦੇਵਤੇ ਵੀ ਲੋਚਦੇ ਆ, ਕੋਈ ਇੱਛਾ ਹੀ ਨਹੀਂ ਰਹੀ। ਵਾਕਈ ਜਦੋਂ ਤੁਸੀਂ ਚੰਗਾ ਕੰਮ ਕਰਦੇ ਆ, ਸ਼ਾਇਦ ਤੁਹਾਡੀਆਂ ਇਸ਼ਾਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਪਰ ਇਸ਼ਾਵਾਂ ਤੋਂ ਯਾਦ ਆਉਂਦਾ ਹੈ ਕਿ ਜਦੋਂ ਤੁਸੀਂ ਸਫ਼ਰ ਸ਼ੁਰੂ ਕੀਤਾ ਹੋਣਾ ਨਵਾਂ ਤੇ ਫਾਈਨੈਂਸ਼ੀਅਲ ਜਿਹੜੀ ਲੋੜ ਹੈ ਜਾਂ ਹੋਣ ਵਾਲੀ ਫਾਈਨੈਂਸ਼ੀਅਲ ਲੋੜ ਹੈ, ਉਹਦੀ ਪੂਰਤੀ ਚੰਗੇ ਤਰੀਕੇ ਨਾਲ ਹੋ ਜਾਂਦੀ ਹੈ? ਕਿੱਦਾਂ ਹੁੰਦੀ ਹੈ? ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਵਿੱਚ ਵੀ ਪੂਰਨ ਵਿਸ਼ਵਾਸ ਪਰਮਾਤਮਾ ਤੇ ਹੈ, ਪੂਰਨ ਜੀ, ਤੇ ਵਰਬਲੀ ਨਹੀਂ, ਪੂਰਾ, ਕਿ ਤੂੰ ਪੂਰਾ, ਮੈਂ ਤੂੰ ਜਾਣਦਾ ਸਭ ਦੀ। ਤੇ ਮੈਂ ਉਹੀ ਪੁੱਛ ਰਿਹਾ ਸੀ ਕਿ ਮੈਨੇਜ ਕਿੱਦਾਂ ਹੁੰਦਾ ਹੈ, ਕੀ ਤਰੀਕੇ ਨਾਲ, ਕਿੰਨੇ ਕੁ ਦਾਨੀ ਸੱਜਣ? ਸਾਰੀ ਸੰਗਤ ਦੀ ਸੇਵਾ ਨਾਲ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਪੜ੍ਹ ਕੇ ਕੋਈ ਕੈਨੇਡਾ ਪੜ੍ਹ ਰਹੀ ਹੈ, ਕੋਈ ਅਮਰੀਕਾ ਪੜ੍ਹ ਰਹੀ ਹੈ, ਸਾਰੀ ਸੰਗਤ ਦੀ ਸੇਵਾ ਨਾਲ। ਤੇ ਉਹ ਬੱਚੀਆਂ ਦੇ ਵਿੱਚੋਂ ਕੋਈ ਅੱਜ ਤੱਕ ਮਤਲਬ ਵੱਡੇ ਮੁਕਾਮ ਦੇ ਉੱਤੇ ਨੌਕਰੀਆਂ ਵੀ ਕਰ ਰਹੀਆਂ ਨੇ? ਕਰ ਰਹੀਆਂ ਨੇ, ਆਪਣੇ ਘਰਾਂ 'ਚ ਜਾ ਕੇ ਵੀ ਕਰ ਰਹੀਆਂ ਨੇ, ਸਾਰਾ ਗੁਰੂ ਸਾਹਿਬ ਜੀ ਦੀ ਤੇ ਕਦੀ ਉਹਨਾਂ ਵੱਲੋਂ ਵੀ ਫਿਰ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਆਉਂਦੀ ਹੈ? ਸੇਵਾ ਵੀ ਭੇਜਦੇ ਆ ਬੱਚੇ, ਹਾਂ ਸਭ। ਅੱਛਾ, ਮਾਂ ਨੂੰ ਵੈਸੇ ਤਾਂ ਆਪਣੇ ਸਾਰੇ ਬੱਚੇ ਪਿਆਰੇ ਹੁੰਦੇ ਨੇ, ਕੋਈ ਇੱਕ ਬੱਚਾ ਜਿਹੜਾ ਬਹੁਤ ਹੀ ਪਿਆਰਾ ਹੁੰਦਾ, ਉਹਦੀ ਸਟੋਰੀ ਬੜੀ ਚੰਗੀ ਲੱਗਦੀ ਆ, ਉਹਦੇ ਨਾਲ ਨਾ ਇੱਕ ਮੋਹ ਹੁੰਦਾ ਹੈ, ਮੋਹ ਵੱਖਰਾ ਜਿਹਾ ਹੋ ਜਾਂਦਾ ਹੈ। ਕਦੀ ਕਿਸੇ ਬੱਚੀ ਦੇ ਨਾਲ ਇਦਾਂ ਦਾ ਮੋਹ ਵੱਖਰਾ ਹੋਇਆ? ਕਿਉਂਕਿ ਜਦੋਂ ਅਸੀਂ ਆਏ ਸੀਗੇ ਤਾਂ ਤੁਸੀਂ ਫੋਟੋ ਦੇ ਉੱਤੇ ਬੜੇ ਪਿਆਰ ਦੇ ਨਾਲ ਚੁੰਮੀਆਂ ਕਰ ਰਹੇ ਸੀ ਕਿਸੇ ਬੱਚੇ ਦੀਆਂ। ਉਹ ਤਾਂ ਤੇਰੇ ਆਉਣ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਫੋਨ ਆਇਆ ਸੀ। ਤੇ ਬੱਚੇ ਤਾਂ ਸਾਰੇ ਇੱਕੋ ਜਿਹੇ ਆ, ਪਰ ਉਹ ਬੱਚੀ ਜਿਹੜੀ ਮੈਂ ਉਹ ਕੁੱਤੇ ਦੇ ਮੂੰਹ 'ਚੋਂ ਫੜੀ ਸੀ, ਹਾਂਜੀ, ਉਹਨੇ ਮੇਰੇ ਮਨ ਨੂੰ ਹਲੂਣ ਦਿੱਤਾ ਸੀ, ਮੇਰੇ ਮਾਈਂਡ ਨੂੰ, ਕਿ ਜਦੋਂ ਮੈਂ ਚੱਕੀ ਤੇ ਮੈਨੂੰ ਲੱਗਿਆ ਵੀ ਇਹਨੇ ਉਹ ਸਾਹ ਹੋਰ ਤਰ੍ਹਾਂ ਲੈ ਰਹੀ ਸੀ, ਬਚਣਾ ਨਹੀਂ, ਮੈਨੂੰ ਲੱਗ ਰਿਹਾ ਬਚਣਾ ਨਹੀਂ। ਤੇ ਮੈਂ ਆਪਣੇ ਨਾਲ ਦੀ ਵੱਡੀ ਬੱਚੀ ਨੂੰ ਕਿਹਾ ਇਹਦੀ ਸੇਵਾ ਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਤੇ ਮੈਨੂੰ ਇੰਝ ਲੱਗਾ ਕਿ ਉਹਦੇ ਸਵਾਸ ਜਿਵੇਂ ਹੁਣ ਵੀ ਗਏ, ਈਵਨ ਕਿ ਮੈਂ 16 ਸਾਹਿਬ ਦਾ ਪਾਠ ਵੀ ਆਪਣੇ ਹੱਥਾਂ 'ਚ ਹੀ ਕਰ ਲਿਆ। ਮੈਨੂੰ ਲੱਗਿਆ ਵੀ ਵਾਹਿਗੁਰੂ, ਰੱਬ ਵਾਹਿਗੁਰੂ, ਪਰ ਬਚਾਉਣ ਵਾਲੇ ਨੇ ਬਚਾ ਲਿਆ। ਬਸ ਸੱਚੇ ਪਾਤਸ਼ਾਹ, ਉਹਨੇ ਮੇਰਾ ਮਨ ਦਹਿਲ ਗਿਆ ਉਹ ਵੇਖ ਕੇ। ਅੱਛਾ, ਮੇਰਾ ਅਗਲਾ ਸਵਾਲ ਫਿਰ ਇਹਦੇ ਨਾਲ ਹੀ ਮਿਲਦਾ ਆ ਕਿ ਕੋਈ ਹੋਰ ਬੱਚੀ ਜਿਹੜੀ ਤੁਹਾਨੂੰ ਲੱਗਦਾ ਹੁੰਦਾ ਵੀ ਬਸ ਘੜੀਆਂ ਪਲਾਂ ਦੇ ਉੱਤੇ ਆ, ਪਰ ਚਮਤਕਾਰੀ ਹੋ ਗਿਆ ਕਿ ਉਹ ਬਚ ਗਈ? ਉਹ ਵੀ ਬੱਚੀ ਸੀ ਇੱਕ, ਉਹਦਾ ਨਾਂ ਹੈ ਸ਼ਰੀਨ, ਉਹ DMC ਰਹੀ ਸੀ 2.5 ਤੋਂ 3 ਮਹੀਨੇ ਜੀ। ਉਹ ਵੀ ਲੱਗੇ ਵੀ ਗਈ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਹੋਇਆ ਕੀ ਸੀਗਾ, ਕਿਵੇਂ ਮਿਲੀ ਸੀ ਉਹ ਬੱਚੀ? ਉਹ ਵੀ ਇੰਜੀ ਮਿਲੀ ਸੀ, ਬਾਹਰੋਂ ਮਿਲੀ ਸੀ, ਤੇ ਉਹਨੂੰ ਸੀ ਸਾਹ ਦੀ ਪ੍ਰੋਬਲਮ ਜੀ, ਕਿ ਇੱਕਦਮ ਬੰਦ ਹੋ ਜਾਂਦਾ ਸੀ, ਕੋਈ ਬਲੋਕੇਜ ਆ ਗਈ ਕੋਈ ਕਿਤਨਾ, ਫਿਰ ਉਹ ਕਾਫੀ ਦੇਰ ਐਡਮਿਟ ਰਹੀ DMC। ਤੇ ਹੁਣ ਸ਼ਰੀਨ ਕਿੱਥੇ ਆ? ਹੁਣ ਇਸ ਵੇਲੇ ਗਈ ਹੋਈ ਟਿਊਸ਼ਨ ਪੜ੍ਹਨ। ਹਾਂ, ਠੀਕ ਹੈ। ਅੱਛਾ, ਕਈ ਵਾਰ ਹੁੰਦਾ ਨਾ ਕਿ ਪੇਰੈਂਟਸ ਜਦੋਂ ਹੁਣ ਪਿਆਰ ਬਹੁਤ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਕਈ ਵਾਰੀ ਨਾ ਡਾਂਟਣਾ ਬਹੁਤ ਪੈ ਜਾਂਦਾ। ਕਦੀ ਕਿਸੇ ਬੱਚੇ ਨੂੰ ਬਹੁਤ ਡਾਂਟਿਆ ਹੋਵੇ ਜਾਂ ਕਿੱਦਾਂ ਡਾਂਟਿਆ ਹੋਵੇ? ਪਿਆਰ ਵੀ ਕਰੀਦਾ, ਤੇ ਫਿਰ ਇੱਕ ਵੱਡੀਆਂ ਬੱਚੀਆਂ ਦੇ ਨਾਲ ਸਿਸਟਮ ਬਣਾਇਆ ਵੀ ਤੁਸੀਂ ਆਹ ਡਾਇਲੌਗ ਬੋਲਣੇ ਆ, ਤੇ ਮੈਂ ਕਹਿਣਾ ਨਹੀਂ ਕੋਈ ਗੱਲ ਨਹੀਂ, ਜਿਵੇਂ ਮਾਂ ਕਰਦੀ ਆ ਵੀ ਪਿਓ ਨੂੰ ਕਈ ਪਾਪੜ ਵੇਲਣੇ ਪੈਂਦੇ। ਅੱਛਾ, ਕਈ ਵਾਰੀ ਬੱਚਾ ਨਾ ਖਾਣ ਪੀਣ ਨੂੰ ਥੋੜਾ ਜਿਹਾ ਜਿੱਲਾ ਹੁੰਦਾ, ਤੇ ਉਹਦੇ ਲਈ ਵੀ ਬੜੇ ਨਖਰੇ ਕਰਨੇ ਪੈਂਦੇ ਆ, ਇਦਾਂ ਦੇ ਨਖਰੇ ਵੀ? ਹਾਂ, ਬਹੁਤ ਖੁਸ਼, ਬਹੁਤ ਖੁਸ਼। ਚੱਲ ਜੇ ਤੂੰ ਅੱਜ ਇੰਨੀ ਇੰਨਾ ਚੀਜ਼ ਖਾ ਲੇਂਗੀ ਨਾ, ਫਿਰ ਤੈਨੂੰ ਅੱਜ ਉੱਥੇ ਸੈਰ ਕਰਾਉਣ ਵੰਡਰਲੈਂਡ ਲੈ ਜਾਣਾ, ਹਵੇਲੀ ਲੈ ਜਾਣਾ। ਹਾਂ, ਇਸ ਤਰ੍ਹਾਂ ਕਈ ਕੁਛ ਕਰਨਾ ਪੈਂਦਾ। ਅੱਛਾ, ਘੁੰਮਣ ਤੋਂ ਹਵੇਲੀ ਤੋਂ ਯਾਦ ਆਇਆ, ਘੁੰਮਣ ਵੀ ਜਾਂਦੇ ਹੋ ਕਿਤੇ? ਹਾਂ, ਸਾਡਾ ਪਰਮਾਨੈਂਟ ਪੱਕਾ ਹੈ ਜੀ, ਹਰ ਸਾਲ ਬੱਚਿਆਂ ਨੇ ਸਮਰ 'ਚ ਇੱਥੇ ਨਹੀਂ ਰਹਿਣਾ। ਕਦੀ ਸ਼ਿਮਲਾ, ਕਦੀ ਡਲਹੌਜ਼ੀ, ਕਦੀ ਮਸੂਰੀ। ਉੱਥੇ ਕੋਈ ਆਪਣਾ ਇੱਕ ਪ੍ਰਾਪਰਟੀ ਹੈ ਜਾਂ ਨਹੀਂ, ਹੋਟਲ 'ਚ। ਹੋਟਲ 'ਚ? ਹਾਂ। ਵਾਹ ਜੀ।
ਤੇ ਬੀਜੀ ਵੀ ਨਾਲ ਹੀ ਰਹਿੰਦੇ ਨੇ ਉਹਨਾਂ ਦੇ ਫਿਰ ਬੱਚਿਆਂ ਫਿਰ ਦੇ? ਬੱਚੀਆਂ ਦੇ ਨਾਲ ਰਹਿਣਾ ਪੈਂਦਾ। ਵਾਕਈ ਹਾਂ, ਡਲਹੌਜ਼ੀ ਤੇ ਪੱਕਾ ਹੀ, ਉਹ ਲਾਈਕ ਕਰਦੇ ਬੱਚੇ ਡਲਹੌਜ਼ੀ ਨੂੰ ਬਹੁਤ। ਇੱਕ ਜਗ੍ਹਾ ਵੀ ਬਹੁਤ ਖੂਬਸੂਰਤ ਹੈ। ਹਾਂ, ਉਹ ਸਾਰੇ ਬੱਚੇ ਇੱਕ ਇੱਕ ਨੂੰ ਪੁੱਛ ਲਓ, ਸਭ ਘੁੰਮ ਲੈਂਦੇ, ਵੇਖ ਲੈਂਦੇ। ਹਰ ਸਾਲ 20 ਤੋਂ 25 25 ਡੇਜ਼ ਹੂੰ। ਤੇ ਬੱਚਿਆਂ ਨੂੰ ਉਹ ਐਡਾ ਵੱਡਾ ਉਹਨਾਂ ਦਾ ਫੰਕਸ਼ਨ ਉਦੋਂ ਹੁੰਦਾ ਹੈ ਵੀ ਜਿਵੇਂ ਕੋਈ ਵਿਆਹ ਜਿੰਨਾ ਕੰਮ ਹੈ। ਹਰ ਇੱਕ ਨੇ ਆਪੋ ਆਪਣੀ ਤਿਆਰੀ ਕਰਨੀ, ਨਾਲ ਬੁੱਕਸ ਵੀ ਲੈ ਜਾਣੀਆਂ, ਨਾਲ ਟੀਚਰ ਵੀ ਲੈ ਜਾਣਾ। ਅੱਛਾ, ਤੇ ਫਿਰ ਉਹਨਾਂ ਨੂੰ ਕਹਿਣਾ ਵੀ 3 ਵਜੇ ਸਾਨੂੰ ਤੱਕ 3 ਵਜੇ ਤੱਕ ਉਹਨਾਂ ਨੇ ਆਪਣਾ ਸਵੇਰੇ ਉੱਠੇ, ਬ੍ਰੇਕਫਾਸਟ ਕੀਤਾ, ਫਿਰ ਪੜ੍ਹਨ ਬਹਿ ਗਏ, ਲੰਚ ਕੀਤਾ, ਰੈਸਟ ਕੀਤਾ, ਫਿਰ ਪੜ੍ਹੇ ਟੀਚਰ ਕੋਲੋਂ। 3 ਵਜੇ ਉਹਨਾਂ ਨੇ ਹੋਟਲ ਨੂੰ ਛੱਡ ਦੇਣਾ। ਹਾਂ, 3 ਤੋਂ 10:30 ਫਿਰ ਰਾਤ ਤੱਕ 11 ਤੱਕ ਘੁੰਮ ਕੇ ਆਉਣਾ। ਅੱਛਾ, ਜਦੋਂ ਆਪਾਂ ਗੱਲ ਬੱਚੇ ਦੀ ਪੜ੍ਹਾਈ ਦੀ ਕਰਦੇ ਹਾਂ ਤਾਂ ਫਿਰ ਇੱਥੋਂ ਬੱਚੇ ਵੱਖ-ਵੱਖ ਕਾਲਜਾਂ ਸਕੂਲਾਂ 'ਚ ਕਿਵੇਂ ਜਾਂਦੇ ਆ? ਹਾਂ, ਇੱਥੇ ਬੱਸਿਸ ਆਉਂਦੀਆਂ ਅੰਦਰ ਇਸ ਕੰਪਲੈਕਸ ਵਿੱਚ, ਇੱਥੇ ਆਉਂਦੀਆਂ ਬੱਸ। ਜੀ ਜੀ, ਤੇ ਉਹ ਫਿਰ ਇੱਥੋਂ ਚੱਕ ਕੇ ਪਿਕ ਹਾਂ, ਡ੍ਰੌਪ? ਇੱਥੋਂ ਚੜ੍ਹ ਕੇ ਬੱਚੇ ਨੋ ਪ੍ਰੋਬਲਮ। ਠੀਕ ਹੈ। ਅੱਛਾ, ਸ਼ਰਾਰਤੀ ਕੌਣ, ਕਿੰਨੇ ਕੁ ਬੱਚੇ ਨੇ? ਸਭ ਤੋਂ ਸ਼ਰਾਰਤੀ ਵੀ ਹੁੰਦੇ ਨੇ, ਕੋਈ ਸ਼ਰਾਰਤ ਵਾਲੀ ਗੱਲ ਵੀ ਦੱਸੋ। ਸ਼ਰਾਰਤ ਤੇ ਉਹ ਝੂਲੇ ਲੱਗੇ ਆ, ਹਾਂਜੀ। ਐਡੀ ਦੂਰੋਂ ਛਾਲ ਮਾਰ ਦੇਣਗੇ ਜਿਹੜੇ ਸ਼ਰਾਰਤੀ ਬੱਚੇ। ਫਿਰ ਉਹ ਖਾਸ ਉਹਨਾਂ ਵੱਲ ਧਿਆਨ ਰੱਖਣਾ ਪੈਂਦਾ। ਉਹ ਜਿਹੜੀ ਅਟੈਂਡੈਂਟ ਹੈ ਉਹਨੂੰ ਕਿਹਾ ਹੋਇਆ ਕਿ ਇਹਨਾਂ ਦਾ ਖਾਸ ਧਿਆਨ ਰੱਖਣਾ, ਇਹਨਾਂ ਨੂੰ ਛੋਟੇ ਝੂਲੇ ਤੇ ਬੈਠ ਦੇਣਾ। ਬੱਚੇ ਤੇ ਬੱਚੇ ਹੀ ਆ ਨਾ। ਬੱਚੇ ਤੇ ਬੱਚੇ ਆ। ਹਾਂ। ਅੱਛਾ, ਕਈ ਵਾਰੀ ਮਾਂ ਦੇ ਨਾਲ ਨਾ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਵੀ ਕਰਨੀਆਂ ਹੁੰਦੀਆਂ, ਤੇ ਫਿਰ ਉਹ ਮੌਕਾ ਵੀ ਆਉਂਦਾ ਜਦੋਂ ਮਾਂ ਉਹ ਦੇ ਜਦੋਂ ਉਹਨਾਂ ਸਕੂਲਾਂ ਕਾਲਜਾਂ ਤੋਂ ਆਉਣਾ ਨਾ, ਸਿੱਧਿਆਂ ਯੂਨੀਫਾਰਮ ਬਾਅਦ ਚ ਲਾਉਣੀ ਹੈ, ਪਹਿਲੋਂ ਮੈਨੂੰ ਆ ਕੇ ਦੱਸਣਾ, ਮੰਮਾ ਅੱਜ ਆ ਹੋਇਆ, ਆ ਹੋਇਆ, ਆ ਹੋਇਆ, ਆ ਹੋਇਆ। ਪਹਿਲੋਂ ਸਾਰੀ ਰਿਪੋਰਟ ਉਹਨਾਂ ਨੇ ਮੈਨੂੰ ਦੇਣੀ ਹੈ, ਫਿਰ ਯੂਨੀਫਾਰਮ ਲਾਉਣੀ ਹੈ ਸਕੂਲ ਕਾਲਜ ਦੀ। ਅੱਛਾ, ਕਈ ਵਾਰੀ ਚਲੋ, ਕਈ ਵਾਰ ਤੇ ਹੁਣ ਹੁੰਦਾ ਸਕੂਲ ਕਾਲਜ ਜਾਂਦੇ ਆ ਬੱਚੇ, ਤੇ ਤੁਸੀਂ ਰਿਸ਼ਤਿਆਂ ਦੀ ਗੱਲ ਕਰ ਰਹੇ ਸੀ ਵੀ ਅਸੀਂ ਬਾਕਾਇਦਾ ਉਹਨਾਂ ਦਾ ਵਿਆਹ ਕਰਦੇ ਆ, ਤੇ ਜਦੋਂ ਆਪ ਦੀ ਪਸੰਦ ਹੋ ਜਾਂਦੀ ਹੈ ਤੇ ਫਿਰ ਕਿੰਨੀਆਂ ਕੁੜੀਆਂ ਕਿਸੇ ਦੇ ਥਰੂ ਦੱਸਦੀਆਂ ਤੇ ਕਿੰਨੀਆਂ ਕੁ ਆਪਣੇ ਆਪ ਆ ਕੇ ਦੱਸ ਦਿੰਦੀਆਂ ਤੁਹਾਨੂੰ, ਜੇ ਕੋਈ ਪਸੰਦ ਬਾਹਰ ਹੋਵੇ ਤਾਂ? 1-2 ਬੱਚੀਆਂ ਨੇ ਦੱਸਿਆ, ਮੰਮਾ ਸਾਨੂੰ ਆ ਇਸ ਤਰ੍ਹਾਂ ਆ ਪਸੰਦ ਹੈ ਤੇ ਵੈਲਕਮ, ਤੇ ਤਕਰੀਬਨ ਆਪ ਹੀ ਕੀਤੇ ਆ ਰਿਸ਼ਤੇ। ਅੱਛਾ, ਬਾਕੀ ਤੁਸੀਂ ਆਪ ਕੀਤੇ ਹਾਂ, ਰਿਸ਼ਤੇ? ਬੜੇ ਰਿਸਪੈਕਟਫੁਲੀ ਬੱਚੀਆਂ, ਬੜੀਆਂ ਖੁਸ਼, ਬੜੀਆਂ ਹੀ ਵਧੀਆ, ਬੜੀਆਂ ਹੀ ਬਹੁਤ ਹੀ ਖੁਸ਼। ਅੱਛਾ, ਰਿਸ਼ਤਾ ਲੱਭਣਾ ਕਹਿੰਦੇ ਬਹੁਤ ਔਖਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਤੇ ਫਿਰ ਕਿੰਨਾ ਕੁ ਟਾਈਮ ਲੱਗ ਪੈਂਦਾ? ਤੁਹਾਨੂੰ ਵੀ ਤਾਂ ਬਹੁਤ ਔਖਾ ਲੱਗਦਾ ਨਾ? ਨਹੀਂ, ਫਿਰ ਮੇਰਾ ਸਰਕਲ ਬੜਾ ਵੱਡਾ ਹੈ ਨਾ, ਹੂੰ। ਤੇ ਗੁਰੂ ਸਾਹਿਬ ਕਿਰਪਾ ਕਰਦੇ ਆ। ਵਾਕਈ, ਫਿਰ ਉਹ ਸਰਕਲ ਦੇ ਵਿੱਚ ਹੀ ਚਲੋ। ਹਾਂਜੀ, ਪਰ ਕਿਤੋਂ ਨਾ ਕਿਤੇ ਨਾ ਕੋਈ ਮੈਸੇਜ ਆ ਜਾਂਦਾ। ਜਾਂਦੇ ਜਾਂਦੇ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਇੱਕ ਜਿਹੜਾ ਸੰਦੇਸ਼ ਹੈ ਉਹ ਜ਼ਰੂਰ ਦੇ ਕੇ ਜਾਓ। ਬਸ ਮੇਰਾ ਇਹੀ ਹੱਥ ਜੋੜ ਕੇ ਬੇਨਤੀ ਹੈ ਆਪਣੀਆਂ ਮਾਵਾਂ, ਭੈਣਾਂ, ਭਰਾਵਾਂ ਦੇ ਅੱਗੇ, ਸਾਰੀ ਸੰਗਤ ਦੇ ਅੱਗੇ, ਕਿ ਇਹਨਾਂ ਬੱਚੀਆਂ ਨੂੰ ਅਸੀਂ ਜਿਉਣ ਦਾ ਹੱਕ ਦਈਏ, ਇਹਨਾਂ ਨੂੰ ਮਾਰੀਏ ਨਾ, ਕੁੱਤਿਆਂ ਬਿੱਲਿਆਂ ਦੇ ਅੱਗੇ ਨਾ ਸੁੱਟੀਏ। ਤੇ ਇਹ ਸਾਨੂੰ ਪਤਾ ਨਹੀਂ ਪਰਮਾਤਮਾ ਕਿੱਡੀ ਕੁ ਵੱਡੀ ਫਿਰ ਸਜ਼ਾ ਦੇਵੇਗਾ। ਸਾਨੂੰ ਇਹਨਾਂ ਬੱਚੀਆਂ ਦੇ ਲਈ ਪੂਰਾ ਸੁਹਿਰਦਤਾ ਨਾਲ ਇਹਨਾਂ ਦੇ ਫਿਊਚਰ ਦੇ ਬਾਰੇ ਸੋਚਣਾ ਚਾਹੀਦਾ, ਇਹਨਾਂ ਦੇ ਜੀਵਨ ਬਾਰੇ ਸੋਚਣਾ ਚਾਹੀਦਾ। ਅਸੀਂ ਇਹਦੀ ਜਾਨ, ਇਹਨਾਂ ਦੀਆਂ ਜਾਨਾਂ ਨਾ ਲਈਏ। ਤੇ ਮੇਰਾ ਇਹੀ ਮੈਸੇਜ ਹੈ ਕਿ ਭਾਈ ਕਨ੍ਹਈਆ ਜੀ ਚੈਰੀਟੇਬਲ ਟਰਸਟ 24 ਘੰਟੇ ਇਹਨਾਂ ਬੱਚੀਆਂ ਦੀ ਸੇਵਾ 'ਚ ਹਾਜ਼ਰ ਹੈ। ਤੇ ਤੁਸੀਂ ਫੋਨ ਕਰ ਦੇਣਾ 99 140 942 42 ਤੇ ਬਾਕੀ 24 ਅਪ੍ਰੈਲ ਨਹੀਂ ਭੁੱਲਣਾ। ਜੀ ਜੀ, ਬਰਥਡੇ ਤੇ 3 to 7 ਫੰਕਸ਼ਨ ਹੁੰਦਾ, ਉਦੋਂ ਦਰਸ਼ਨ ਦੇਣੇ। ਵਾਕਈ ਪ੍ਰਕਾਸ਼ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਉਮੀਦ ਕਰਦੇ ਹਾਂ ਕਿ ਇਹ ਸੇਵਾ ਜਿਹੜੀ ਹੈ ਇਹ ਐਵੇਂ ਰਾਤ ਦਿਨ ਦੁੱਗਣੀ ਤੇ 4 ਚੌਗੁਣੀ ਹੁੰਦੀ ਰਹੇ। ਬਹੁਤ ਬਹੁਤ ਧੰਨਵਾਦ। ਇਹ ਸੀ ਪ੍ਰਕਾਸ਼ ਕੌਰ ਜੀ। ਔਰ ਜ਼ਿੰਦਗੀ ਦਾ ਜੇ ਜਿਉਣ ਦਾ ਢੰਗ ਹੋਵੇ ਤਾਂ ਕੁਝ ਇੱਦਾਂ ਦਾ ਹੀ ਹੋਵੇ ਕਿ ਤੁਹਾਨੂੰ ਲੋਕ ਯਾਦ ਕਰਨ, ਇਸ ਕਰਕੇ ਕਿ ਤੁਸੀਂ ਜਿਹੜਾ ਹੈ ਬਾਰ-ਬਾਰ ਪੈਦਾ ਨਹੀਂ ਹੋਣਾ ਇਸ ਜ਼ਿੰਦਗੀ 'ਤੇ। ਵਾਕਈ ਕਮਾਲ ਸ਼ਖਸੀਅਤ ਹੈ। ਇੱਦਾਂ ਹੀ ਮੈਂ ਹੋਰ ਵੀ ਲੋਕ ਅਤੇ ਸ਼ਖਸੀਅਤਾਂ ਤੁਹਾਡੇ ਨਾਲ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।